ਸੋ ਸਤਿਗੁਰ ਮਹਿ ਸਮਾਨਾ। ਇਹ ਬਾਣੀ ਜੋ ਜੀਉ ਜਾਣੈ, ਤਿਸ ਅੰਤਰ ਰਵੈ ਹਰਿ ਨਾਮਾ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਬਾਣੀ ਬਿਰਲੋ ਵਿਚਾਰਸੀ, ਜੇ ਕੋ ਗੁਰਮੁਖ ਹੋਏ। ਇਹ ਬਾਣੀ ਮਹਾਂਪੁਰਖ ਕੀ, ਨਿਜ ਘਰ ਵਾਸਾ ਹੋਏ। ਗਾੜੀ ਗੁਆਰੇਰੀ ਮਹਿਲਾ ਪੰਜਵਾਂ, ਬਹੁਤ ਦਰਬ ਕਰ ਮਨ ਨ ਅਗਾਨਾ। ਅਨਕ ਰੂਪ ਦੇਖ ਨਹਿ ਪਤਿਆਨਾ। ਪੁੱਤਰ ਕਲਤਰ ਉਰਜਿਓ ਜਾਣ ਮੇਰੀ। ਉਹ ਬਿਨਸੈ ਓਏ ਭਸਮੈ ਢੇਰੀ। ਬਿਨ ਹਰਿ ਭਜਨ ਦੇਖੋ ਬਿਲਲਾਤੇ। ਤ੍ਰਿਗ ਤਨ ਤ੍ਰਿਗ ਧਨ ਮਾਇਆ ਸੰਗ ਰਾਤੇ। ਰਹਾਉ ਜਿਉ ਬਿਗਾਰੀ ਕੈ ਸਿਰ, ਦੀਜੈ ਦਾਮ। ਓਏ ਖਸਮੈ ਕਿਐ ਗ੍ਰਹਿ, ਓਨ ਦੁਖ ਸਹਾਮ। ਜਿਉ ਸੁਪਨੈ ਹੋਏ, ਬੈਸਤ ਰਾਜਾ। ਨੇਤਰ ਪਸਾਰੈ ਤਾਂ ਨਿਰਾਰਥ ਕਾਜਾ। ਜਿਉ ਰਾਖਾ ਖੇਤ ਉਪਰ ਪਰਾਏ,
सम का राखा उठ जाए, उस खेत कारण राखा कड़े, तिसकै पालै कछु ना पड़ै, जिसका राज तिसै का सुपना, जिन माया दीनी तिन लाई तृष्णा, आप बिनाहे आप करे रास, नानक प्रभ आगे अरदास, आप बिनाहे आप करे रास, नानक प्रभ आगे अरदास। वाहिगुरु जी का खालसा, वाहिगुरु जी की फतेह। ये पावन शब्द गौड़ी ग्वारेरी राग अंदर पंजवें पातशाह गुरु अर्जन देव महाराज जी के पवित्र मुख तो उच्चारण होया। 179 अंग ते दर्ज है। इस शब्द की विचार भाई जोगिंदर सिंह जी हेड ग्रंथी गुरुद्वारा मोती बाग साहब आप जी नूं सरवण करवाउणगे। ਅੰਮ੍ਰਿਤ ਦਾ ਬਾਟਾ हर ਐਤਵਾਰ 11 ਵਜੇ ਤਿਆਰ ਹੁੰਦਾ है। गुरु घर की सेवा दे विच गुरु के लंगरां वास्ते रसद, कड़ा प्रसाद की देग वास्ते देसी घ्यो, बाला साहब हॉस्पिटल वास्ते कोई भी सेवा आप जी भेज सकते हो। इमारत की सेवा जथेदार बाबा बचन सिंह जी करवा रहे हैं। घरां विच पंजाबी बोलिया करो, बच्चों नूं गुरमुखी पढ़ाओ ताकि साडे बच्चे गुरु ग्रंथ साहब महाराज जी दे चरनी लग सकन। जो परिवार गुरु के लंगरां वास्ते रसद लैके आउंदे ने, आप जी जय सिंह रोड तो आओ, जिस पासे दिल्ली पुलिस का हैडक्वार्टर है। दुकानां दे बाहर गड्डी पार्क करन दी थां बनाई गई है। उत्थे नवा राशन स्टोर बनाया गया है जो 24 घंटे खुलेगा। सेवादार तुहाडी सेवा दे विच खलोते हैं, तुहानूं गड्डी कार तो उतरन की लोड़ नहीं पवेगी। वो आप सेवा लैके उहदी रसीद, उहदी पर्ची जिहड़ी है वो तुहानूं सौंपणगे। सो पहला पार्किंग दे विचों आपां रसद दरबार विच लैके आउंदे सी, दरबार विचों फिर सेवादार वापस लंगर हॉल राशन स्टोर विच लैके जाते सी। दूरी खेचल जिहड़ी है आपां इहदे तो बच सकते हैं। और ये सोचण की भी लोड़ नहीं कि मैं लैके जावां
ਤੇ ਇੰਨਾ ਆਟਾ, ਇੰਨੇ ਚਾਵਲ, ਇੰਨੀ ਖੰਡ, ਇੰਨਾ ਘਿਓ ਕੱਢੇਗਾ ਕੌਣ? ਹੁਣ ਤੁਹਾਨੂੰ ਕੋਈ ਚੁੱਕਣ ਦਾ ਫਿਕਰ ਨਹੀਂ ਹੋਣਾ ਚਾਹੀਦਾ। ਸਿਰਫ ਇੰਨੀ ਜ਼ਰੂਰ ਬੇਨਤੀ ਹੈ ਕਿ ਆਪਣੀ ਗੱਡੀ ਜੈ ਸਿੰਘ ਰੋਡ ਤੋਂ ਲੈ ਕੇ ਆਓ, ਦਿੱਲੀ ਪੁਲਿਸ ਦੇ ਹੈੱਡਕੁਆਟਰ ਵਾਲੇ ਪਾਸੇ ਤੋਂ। ਉੱਥੇ ਹੀ ਬਾਹਰ ਪਾਰਕਿੰਗ ਤੋਂ ਪਹਿਲਾਂ ਖੱਬੇ ਪਾਸੇ ਤੁਹਾਡੀ ਗੱਡੀ ਖੜੀ ਕਰਨ ਵਾਸਤੇ ਥਾਂ ਬਣਾਈ ਗਈ ਹੈ, ਜਿੱਥੇ ਬੜੇ ਆਰਾਮ ਦੇ ਨਾਲ ਤੁਸੀਂ ਆ ਕੇ ਸੇਵਾ ਦੇ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। कोट पराध हमारे खंडो अनेक विधि समझावो। हम अज्ञान अलप मत थोरी तुम अपन बिरद रखावो। तुमरी शरण तुम्हारी आसा तुम ही सजन सोहेले। राखो राखनहार दयाला नानक घर के गोले। राखो राखनहार दयाला नानक घर के गोले। जुगो जुग अटल शब्द गुरु ਗਿਆਨ ਦੀ ਮੂਰਤ ਗੁਣਾਂ ਦੇ ਭੰਡਾਰ ਵਾਲੀ ਕੁਲ ਆਲਮ ਸਰਵਰੇ ਕਾਇਨਾਤ ਸਾਰੀ ਮਾਨਵਤਾ ਨੂੰ ਏਕਤਾ ਸੱਚ ਦਾ ਪਿਆਰ ਦਾ ਸੰਦੇਸ਼ ਦ੍ਰਿੜਾਉਣ ਵਾਲੇ ਸੱਚੇ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਦੇ ਸਨਮੁਖ ਉਚੇਚੇ ਤੌਰ ਤੇ ਬਾਲਾ ਪ੍ਰੀਤਮ ਅਸ਼ਟੰਬਲ ਬੀਰਾ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਮੁਬਾਰਕ ਮੁਕੱਦਸ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਵਿਖੇ ਅੰਮ੍ਰਿਤ ਵੇਲੇ ਤੋਂ ਸਜੇ ਦੀਵਾਨਾਂ ਵਿੱਚ ਜੁੜ ਬੈਠੇ ਗੁਰੂ ਪਿਆਰ ਵਾਲੇ ਗੁਰੂ ਸਵਾਰੇ ਵਡਭਾਗੀ ਸਤਸੰਗੀ ਜਨੋ, ਅੰਮ੍ਰਿਤ ਬਾਣੀ ਦੇ ਪ੍ਰਵਾਹ ਗੁਰੂ ਦਰਬਾਰ ਵਿਖੇ ਚੱਲ ਰਹੇ ਹਨ, ਜਿਸ ਵਿੱਚ ਆਪ ਜੀਆਂ ਨੇ ਬੜੇ ਪਿਆਰ ਨਾਲ ਗੁਰੂ ਕੇ ਕੀਰਤਨੀਆਂ ਪਾਸੋਂ ਅੰਮ੍ਰਿਤ ਬਾਣੀ ਆਸਾ ਕੀ ਵਾਰ ਦੇ ਕੀਰਤਨ ਸ਼ਬਦ ਕੀਰਤਨ ਸਰਵਣ ਕੀਤੇ ਹਨ। ਉਪਰੰਤ ਪਾਵਨ ਸਥਾਨ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਜੋ ਲੜੀਵਾਰ ਰੂਪ ਵਿੱਚ ਵਿਚਾਰ ਆਰੰਭ ਹੈ, ਅੱਜ ਦੇ ਗੁਰੂ ਬਾਬਾ ਜੀ ਦੇ ਹੁਕਮਾਂ ਨੂੰ ਗੁਰੂ ਸਾਹਿਬ ਜੀ ਦੇ ਵਜ਼ੀਰ ਸਾਹਿਬ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਹੋਰਾਂ ਪਾਸੋਂ ਬੜੇ ਪਿਆਰ ਨਾਲ ਸ਼ਰਵਣ ਕੀਤਾ ਹੈ।
ਮਾਲਕ ਜੀ ਦਾ ਤਰਸ ਹੋਇਆ ਹੈ, ਜੋ ਸਤਸੰਗ ਕਰਨ ਦਾ ਸੁਭਾਗ ਸਮਾਂ ਜੀਵਨ ਵਿੱਚ ਮਿਲਿਆ ਹੈ। ਹਜ਼ੂਰ ਦਾ ਅੰਮ੍ਰਿਤ ਵਾਕ ਹੈ, ਜਾਕੈ ਮਸਤਕ ਕਰਮ ਪ੍ਰਭ ਪਾਏ, ਸਾਧ ਸ਼ਰਨ ਨਾਨਕ ਤੇ ਆਏ। ਇੱਥੇ ਸਾਧ ਦਾ ਭਾਵ ਗੁਰੂ ਹੈ ਕਿ ਗੁਰੂ ਦੀ ਸ਼ਰਨ ਵਿੱਚ ਉਹੀ ਆਉਂਦੇ ਹਨ ਜਿਨ੍ਹਾਂ ਉੱਤੇ ਅਕਾਲ ਪੁਰਖ ਵਾਹਿਗੁਰੂ ਜੀ ਆਪ ਤਰਸ ਦੀ ਨਜ਼ਰ ਕਰਦੇ ਨੇ, ਤੇ ਜਿਨ੍ਹਾਂ ਤੇ ਮਾਲਕ ਜੀ ਦਾ ਤਰਸ ਹੁੰਦਾ ਹੈ ਉਹਨਾਂ ਨੂੰ ਵਡਭਾਗੇ ਕਿਹਾ ਗਿਆ ਹੈ। ਫਿਰ ਇਸੇ ਪ੍ਰਕਰਣ ਵਿੱਚ ਗੁਰੂ ਬਾਬਾ ਜੀ ਨੇ ਬਹੁਤ ਕੁਝ ਸਮਝਾਇਆ ਕਿ ਵਡਭਾਗੀ ਹਰ ਸੰਗਤ ਪਾਵੈ, ਭਾਗਹੀਣ ਭ੍ਰਮ ਝੋਟਾਂ ਖਾਵੈ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀ ਜੈ ਜੀਓ। ਇਹ ਕਿਰਪਾ ਹੈ ਉਸ ਦਾਤੇ ਦੀ ਜਿਸ ਨੇ ਤਰਸ ਕਰਕੇ ਸਾਨੂੰ ਗੁਰੂ ਕੋਲ ਬਿਠਾਇਆ ਹੈ। ਤੇ ਇਹ ਵੀ ਬਚਨ ਰੋਜ਼ ਸਿੱਖ ਨਿਤਨੇਮ ਬਾਣੀਆਂ ਦੇ ਰੂਪ ਵਿੱਚ ਸਰਵਣ ਕਰਦਾ ਹੈ, ਪੜ੍ਹਦਾ ਹੈ ਕਿ ਤਰਸ ਪਿਆ ਮਿਹਰਾਮਤ ਹੋਈ। ਅਕਾਲ ਪੁਰਖ ਜੀ ਦਾ ਤਰਸ ਉਸ ਦੀ ਮਿਹਰ ਦੀ ਨਜ਼ਰ ਹੋ ਗਈ ਤੇ ਸਤਿਗੁਰ ਸੱਜਣ ਮਿਲਿਆ। ਤਾਂ ਕਿਤੇ ਗੁਰੂ ਪੂਰਾ ਮਿਲਦਾ ਹੈ, ਗੁਰੂ ਦੀ ਹਜ਼ੂਰੀ, ਗੁਰੂ ਦੀ ਗੋਦ, ਗੁਰੂ ਦੀ ਸੰਗਤ ਵੀ ਜੁੜਨਾ ਪ੍ਰਾਪਤ ਹੁੰਦਾ ਹੈ। ਸੋ ਆਪ ਜੀ ਜੁੜ ਬੈਠੇ, ਗੁਰੂ ਕੇ ਬਚਨ ਸਰਵਣ ਕੀਤੇ ਹਨ। ਗੁਰੂ ਘਰ ਦੀ ਮਰਿਆਦਾ ਮੁਤਾਬਕ ਨਿਯਤ ਸਮਾਂ ਗੁਰ ਸ਼ਬਦ ਵਿਚਾਰਦਾ ਹੈ। ਸੋ ਆਓ, ਜਿਹੜਾ ਅੰਮ੍ਰਿਤ ਵਾਕ ਆਪ ਜੀਆਂ ਨੇ ਪਾਠ ਰੂਪ ਵਿੱਚ ਸਰਵਣ ਕੀਤਾ ਹੈ, ਉਸ ਦੀ ਵਿਚਾਰ ਨਾਲ ਜੁੜਨਾ ਕਰੀਏ ਤੇ ਕੋਸ਼ਿਸ਼ ਕਰਦੇ ਹਾਂ ਵੀ ਸਤਿਗੁਰੂ ਪਾਤਸ਼ਾਹ ਸਾਡੇ ਜੀਵਨ ਨੂੰ ਸਵਾਰਨ ਵਾਸਤੇ, ਨਿਰੰਕਾਰ ਦੇ ਦੇਸ਼ ਸਫਲਤਾ ਨਾਲ ਪਹੁੰਚਣ ਵਾਸਤੇ, ਆਨੰਦਮਈ ਜੀਵਨ ਦੀ ਜੁਗਤ, ਆਨੰਦਮਈ ਜੀਵਨ ਜਿਉਣ ਦੀ ਮਰਿਆਦਾ ਵਿੱਚ ਕਿਹੜੇ-ਕਿਹੜੇ ਰੰਗ ਅੱਜ ਦੇ ਸ਼ਬਦ ਦੁਆਰਾ ਪਾਉਣਾ ਚਾਹੁੰਦੇ ਹਨ। ਸੋ ਗੁਰੂ ਕੇ ਬਚਨਾਂ ਨਾਲ ਜੁੜਨਾ ਹੈ। ਵਿਚਾਰਾਂ ਦੀ ਸਾਂਝ ਤੋਂ ਪਹਿਲੋਂ ਮਨੋਬਿਰਤੀਆਂ ਇਕਾਗਰ ਕਰਦੇ ਹਾਂ, ਲਗਾਓ ਹਾਜ਼ਰੀ। ਗੁਰੂ ਫਤਿਹ ਦੀ ਪ੍ਰਵਾਨਗੀ ਬਖਸ਼ੋ, ਕੋਈ ਰਸਨਾ ਫਤਿਹ ਤੋਂ ਵਾਂਝੀ ਨਾ ਰਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਵਨ ਬਚਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਵਿੱਚ ਜਦੋਂ ਅਸੀਂ ਦੀਦਾਰ ਕਰਦੇ ਹਾਂ ਤੇ 179 ਨੰਬਰ ਅੰਕ ਉੱਤੇ ਸ਼ੁਭਾਏਮਾਨ ਹਨ। ਗੌੜੀ ਗੁਆਰੇਰੀ ਮਹੱਲਾ ਪੰਜਵਾਂ। ਰਾਗ ਗੌੜੀ ਵਿੱਚ ਇਹ ਅਲੱਗ-ਅਲੱਗ ਕਿਤੇ ਕਿਸਮਾਂ ਨੇ ਰਾਗ ਦੀਆਂ। ਦੱਖਣੀ ਕਰਕੇ ਗੌੜੀ ਆਂਦੀ ਹੈ, ਚੇਤੀ ਕਰਕੇ ਆਂਦੀ ਹੈ, ਗੌੜੀ ਗਵਾਰੇਰੀ ਉਸੇ ਵਿੱਚ ਹੈ। ਇਹ ਰਾਗਾਂ ਦੇ ਅਲੱਗ-ਅਲੱਗ, ਕਿਤੇ ਮਿਸ਼ਰਤ ਰਾਗ ਹੈ, ਕਿਤੇ ਨਾਲ ਦੂਜੇ ਰਾਗ ਦਾ ਜੋੜ ਹੈ, ਕਿਤੇ ਰਾਗਣੀਆਂ ਦੀ ਨਾਲ ਹਿਦਾਇਤ ਹੈ। ਤੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਦਾ ਇਹ ਉਚਾਰਨ ਕੀਤਾ ਅੰਮ੍ਰਿਤ ਬਚਨ ਹੈ। ਸ਼ਬਦ ਦਾ ਕੇਂਦਰੀ ਭਾਵ ਰਹਾਉ ਵਿੱਚ ਹੈ ਤੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ। ਬਿਨ ਘਰ ਭਜਨ ਦੇਖੋ ਬਿਲ ਲਾਤੇ, ਤ੍ਰਿਗ ਤਨ ਤ੍ਰਿਗ ਧਨ ਮਾਇਆ ਸੰਗ ਰਾਤੇ ਰਹਾਉ। ਇਹ ਸ਼ਬਦ ਦਾ ਕੇਂਦਰੀ ਭਾਵ ਹੈ, ਆਧਾਰ ਹੈ। ਤੇ ਗੁਰਦੇਵ ਕਹਿੰਦੇ ਨੇ ਬਿਨ ਹਰ ਭਜਨ, ਵਾਹਿਗੁਰੂ ਜੀ ਦੇ ਭਜਨ ਤੋਂ ਬਿਨਾ, ਸਿਮਰਨ ਤੋਂ ਬਿਨਾ, ਯਾਦ ਤੋਂ ਬਿਨਾ। ਦੇਖੋ ਭਾਵ ਮੈਂ ਦੇਖਦਾ ਹਾਂ, ਬਿਲ ਲਾਤੇ ਲੋਕਾਂ ਨੂੰ ਵਿਲਕਦੇ ਹਾਂ, ਦੁਖੀ ਹੁੰਦੇ ਹਾਂ। ਸਤਿਗੁਰੂ ਨੇ ਮੁਕੰਮਲ ਬਾਣੀ ਵਿੱਚ ਜੀਵਨ ਦਾ ਸੁਖੀ ਹੋਣ ਵਾਲਾ ਜਿਹੜਾ ਮੰਤਰ ਸਾਨੂੰ ਦਿੱਤਾ ਹੈ ਨਾ, ਸਦੀਵ ਸੁਖ ਅਗਰ ਲੈਣਾ ਹੈ, ਸਦਾ ਆਨੰਦਮਈ ਜ਼ਿੰਦਗੀ ਜਿਉਣੀ ਹੈ ਤੇ ਨਿਰੰਕਾਰ ਦੇ ਦਰਬਾਰ ਵਿੱਚ ਪ੍ਰਵਾਨ ਹੋਣਾ ਹੈ, ਤੇ ਉਸ ਦਾ ਇੱਕੋ ਇੱਕ ਮੰਤਰ ਬੜਾ ਪਿਆਰਾ ਗੁਰੂ ਬਾਬੇ ਨੇ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਕਿਰਪਾ ਕਰਦੇ ਨੇ ਕਿ ਜੇ ਸੁਖੀ ਹੋਣਾ ਚਾਹੁੰਦਾ ਹੈ ਤੇ ਜੋ ਸੁਖੋ ਚਾਹੇ ਸਦਾ ਦਾ ਗਿਆਨ ਜਿਹੜਾ ਗੁਰੂ ਦਾ ਹੈ,
शरण राम की ले। दूसरा बाबा कबीर साहब वो भी कृपा करते ने, सिमरन भजन दया नहीं कीनी तो मुख चोटा खाएगा, इस करके राम सिमर पछताएगा मन। तू बंदगी कर, तू सिमरन कर, तू निरंकार दी याद दे विच जुड़ना कर, क्योंकि इस तो बिना तू जो मर्जी कर ले, तेरे कीते सारे कर्म बेअर्थ ने ते तैनू कदे सुख नहीं मिल सकता। अबिनासी खेम चाहे जे नानक, सदा सिमर नारायण। अबिनासी कदे नाश ना होने वाला, खेम खेड़ा खुशी वो पल जिन्हां विच आनंद रहिंदा है। ते पातशाह कहंदे ने ऐसे पल जिहड़े जिंदगी विचों कदे मिटण ही ना। अबिनासी खेम चाहे जे नानक, संबोधन करते बाबा जी अपने आप को कि हे नानक, जे सदैव खेड़ा खुशी अपने जीवन विच रखना चाहुंदा है ते की कर, सदा सिमर नारायण। तू सदा काल पुरख जी दा, वाहिगुरू जी दा जाप कर। इस तो बिना तैनू कदे सुख मिलेगा नहीं। बिन हर भजन देखो बिल लाते, वाहिगुरू दे नाम तो सिमरन तो भजन तो बिना लोग दुखी ने, परेशान ने, विलकदे ने। दुख तदे जां विसरै, जदों रब भुलदा है उदों दुख लगदा है। हर बिसरत सदा खुआरी, ताको धोखा कहाँ बेआपै जाको ओट तुहारी। 12 महाबाणी विच गुरु अर्जन साहब पातशाह जी दे बचन ने, परमेश्वर ते भुल्लिया व्यापन सबे रोग, बेमुख होए राम ते लगन जन्म विजोग। खिन मैं कोड़े होए गए जितड़े माया भोग। वाहिगुरू जी नूं विसारिया दुख है ते वाहिगुरू जी नूं जपिया मनुख नूं सुख मिलदा है। ते सतगुरु पातशाह जी ने समझाना कीता कि खाली वो बिलकदे ही नहीं, ਧ੍ਰਿਗ तन उन्हां दा ये मनुखा जीवन, मनुखा शरीर जिहड़ा है ये लिया भी, प्राप्त किया भी ते कारजोग है, बेअर्थ है। क्यों है? क्योंकि करतूत पशु की मानस जात, लोक पचारा करे दिन रात, दिखावा करदा है पर धर्म का वो पक्ष इसनूं अजे समझ नहीं आया। देखो आपां कल 12 महाबाणी विचों ਅੰਮ੍ਰਿਤ बचन गुरु अर्जन साहब पातशाह महाराज जी का ਸ਼ਰਵਣ भी कई वारी कीता है, विचार भी सिंह साहब जी होरां ने कीती। सतगुरां ने उस दे विच जिहड़े ਅੰਮ੍ਰਿਤ बचन आखे ने, साहिब कहंदे ने कि लख शिंगार बनाया कारज ना ही केत। तू शरीर नूं ही संभाली जाना है, शिंगार करदा है, भावें वो दुनिया दे दिखाण वास्ते दुनियावी शिंगार सी ते भावें धार्मिक शिंगार भी अज ये भी एक वपार का जरिया बनया है कि बहुत वधिया धार्मिक लिबास पा लो तो लोग मगर तुर पैंदे आ भी बाबा जी खबरे बड़े महापुरुष ने। पर सतगुरु महाराज कहते जे अंदर कुछ होर है तो बाहर दिखावा कुछ होर है, तो हर हाँ कंतै बाज शिंगार सब बिरथा जाई है। जे पति कोल ना होवे ते जिन्ना मर्जी शिंगार बीबी ने कीता होवे, वो कई बारी बिना पति तो कीता होया शिंगार बदनामी का कारण भी बन जाया करता भी जिसका पति कोई नहीं उसने शिंगार किस वास्ते किया है। उस उत्ते एक लांछन लगता है, एक तोहमत पैंदी है, उसनूं लोग मंदा ते दो चारण भी आख दिंदे ने। इस करके सतगुरु जी ने अज जिहड़ी कृपा कीती, कहंदे वो तन ते बेअर्थ है, देह जरूर मिली। आपां भी बड़े मान नाल शामी रोज़ पढ़ते हैं कि भाई परापत मानुख दे हुरिया, ते अगे है जी गोबिंद मिलन की ए तेरी बरिया। पर गोबिंद मिलन की ए तेरी बरिया नूं समझांगे ते भाई परापत मानुख दे हुरिया दी कदर पेगी। वरना खाना पीना हसना सोना है, पशुआं वांगू है, पेट भरियो पशुआं जो सोयो, मानुख जन्म है हारियो। तां गुरुदेव ने कहा ਧ੍ਰਿਗ तन ये शरीर बेअर्थ है ते कारजोग है। माड़ा शब्द हुंदा है ਧ੍ਰਿਗ। तो इसे करके गुरु दाते ने कहा ਧ੍ਰਿਗ ਧ੍ਰਿਗ काया, ਧ੍ਰਿਗ ਧ੍ਰਿਗ सोया।
ਉਹ ਖਾਦਾ ਵੀ ਤੇਰਾ ਬੇਅਰਥ ਹੈ, ਤੇਰਾ ਸਰੀਰ ਧਿਕਾਰਯੋਗ ਹੈ, ਤੇਰਾ ਸੋਨਾ ਵੀ ਬੇਅਰਥ ਹੈ, ਕਿਉਂਕਿ ਜੀਵਨ ਵਿੱਚ ਤੂੰ ਸੱਚ ਦੇ ਨੇੜੇ ਨਹੀਂ ਹੈ। ਅੱਗੇ ਕਹਿੰਦੇ ਨੇ ਧ੍ਰਿਗ ਧਨ, ਤੇ ਜਿਹੜਾ ਤੂੰ ਧਨ ਇਕੱਠਾ ਕਰਦਾ ਹੈ ਨਾ, ਅੱਜ ਖਿਮਾ ਕਰਨਾ ਮੈਂ ਮੁਆਫੀ ਪਹਿਲੋਂ ਮੰਗ ਲਵਾਂ, ਜਿਹੜੇ ਲੋਕ ਮਾਇਆ ਦੀ ਦਸਵੰਧ ਰੂਪ ਵਿੱਚ ਸੇਵਾ ਜ਼ਰੂਰ ਜੀਵਨ ਵਿੱਚ ਕਰਦੇ ਨੇ, ਤੇ ਉਹ ਉਹਨਾਂ ਦੀ ਕਮਾਈ ਮਾਇਆ, ਉਹਨਾਂ ਦੇ ਕੋਲ ਕੀਤਾ ਇਕੱਠਾ ਧਨ ਵੀ ਕਿਤੇ ਲਾਹੇਵੰਦ ਹੈ। ਪਰ ਜੇ ਸੱਪ ਵਾਂਗੂ ਕੁੰਡਲੀ ਮਾਰ ਕੇ ਬਹਿਣਾ ਤੇ ਸੱਚ ਜਾਣਨਾ, ਜਿਹੜੀ ਬੇਨਤੀ ਕਰਨ ਲੱਗਾ ਵੀ ਅੱਜ ਮਨੁੱਖ ਦਾ ਨਿਸ਼ਾਨਾ ਕੇਵਲ ਮਾਇਆ ਇਕੱਠੀ ਕਰਨਾ ਰਹਿ ਗਿਆ, ਜਦਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਰੋਜ਼ ਉਪਦੇਸ਼ ਕਰਦੀ ਹੈ, ਗੋਬਿੰਦ ਮਿਲਣ ਕੀਏ ਤੇਰੀ ਬਰੀਆ, ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੁ ਫੱਕੜੇ ਸਭ ਮੁੱਕਦੀ ਚੱਲੀ ਰਹਿਣ। ਠੀਕ ਹੈ, ਮਾਇਆ ਦੀ ਜ਼ਰੂਰਤ ਹੈ, ਮਾਇਆ ਤੋਂ ਬਿਨਾ ਕੋਈ ਕਾਰਜ ਨਹੀਂ ਸਿਰੇ ਚੜ੍ਹਨਾ, ਇਹ ਵੀ ਗੱਲ ਪੱਕੀ ਹੈ, ਪਰ ਮਾਇਆ ਗੁਜਰਾਨ ਚਾਹੀਦੀ ਹੈ। ਹੁਣ ਰੋਜ਼ ਅਪੀਲਾਂ ਹੁੰਦੀਆਂ ਸੇਵਾ ਵਾਸਤੇ, ਉਹ ਸੇਵਾ ਕਿਸੇ ਇੱਕ ਗ੍ਰੰਥੀ ਸਾਹਿਬ ਨੂੰ, ਕਿਸੇ ਪ੍ਰਬੰਧਕ ਨੂੰ ਨਹੀਂ ਚਾਹੀਦੀ, ਉਹ ਸੇਵਾ ਇੱਕ ਸਿਸਟਮ ਵਾਸਤੇ ਹੈ। ਜਿੱਥੇ ਇਹ ਸਿਸਟਮ ਬਾਖੂਬੀ ਚੱਲਣ, ਉਹ ਸੰਗਤਾਂ ਦੀ ਦਿੱਤੀ ਸੇਵਾ ਨਾਲ ਮਾਨਵਤਾ ਦੇ ਭਲੇ ਵਿੱਚ ਵੀ ਹਿੱਸਾ ਪਾਇਆ ਜਾਂਦਾ ਹੈ, ਉਹ ਇਕੱਠੀ ਉਹਨਾਂ ਵਾਸਤੇ ਕੀਤੀ ਜਾਂਦੀ ਹੈ। ਬਾਕੀ ਅੱਜ ਦਾ ਪੂਰਾ ਸ਼ਬਦ ਇਸੇ ਪ੍ਰਕਰਣ ਵਿੱਚ ਹੈ ਕਿ ਜਿਸ ਮਾਇਆ ਦੀ ਖਾਤਰ ਬੰਦੇ ਸਾਰੀ ਜ਼ਿੰਦਗੀ ਲਾ ਦਿੱਤੀ, ਤੇ ਤੇਰਾ ਜੀਵਨ, ਤੇਰਾ ਇਹ ਧਨ, ਤੇਰਾ ਇਹ ਤਨ ਸਭ ਫਿਟਕਾਰਯੋਗ ਹੈ, ਤੇ ਸਾਹਿਬ ਕਹਿੰਦੇ ਨੇ ਐਸਾ ਮਨੁੱਖ ਧ੍ਰਿਗ ਤਨ ਧ੍ਰਿਗ ਧਨ ਮਾਇਆ ਸੰਗ ਰਾਤੇ, ਜਿਹੜਾ ਮਾਇਆ ਵਿੱਚ ਗਲਤਾਨ ਹੈ, ਜਿਸ ਦੀ ਸੁਰਤ ਵਿੱਚ ਮਾਇਆ ਹੈ, ਜਿਸ ਦੇ ਜੀਵਨ ਵਿੱਚ ਹਰ ਵਕਤ ਮਾਇਆ ਹੈ, ਉਸ ਵਾਸਤੇ ਗੁਰੂ ਨੇ ਕਿਰਪਾ ਕੀਤੀ। ਕਹਿੰਦੇ ਨੇ ਮਾਇਆ ਮਨੋ ਨਾ ਵਿਸਰੈ, ਮੰਗੈ ਦਮਾ ਦਮ ਸੋ ਪ੍ਰਭ, ਚਿਤ ਨਾ ਆਵਈ ਨਾਨਕ ਨਹੀਂ ਕਰਮ। ਤੇ ਅਰਦਾਸ ਹੋਣੀ ਹੈ, ਅਰਦਾਸ ਦੇ ਵਿੱਚ ਇੱਕ ਬਚਨ ਅਸੀਂ ਰੋਜ਼ ਪੜ੍ਹਦੇ ਹਾਂ, ਪ੍ਰਥਮ ਸਰਬਤ ਖਾਲਸਾ ਜੀ ਕੀ ਅਰਦਾਸ, ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ, ਕਿਉਂਕਿ ਮਨ ਕਰਕੇ, ਬਚਨ ਕਰਕੇ, ਕਰਮ ਕਰਕੇ ਅਗਰ ਵਾਹਿਗੁਰੂ ਯਾਦ ਹੈ ਤੇ ਮਾਇਆ ਦੀ ਵੀ ਥੁੜ ਨਹੀਂ ਰਹਿੰਦੀ, ਤੇ ਜੀਵਨ ਦੀ ਸਫਲਤਾ ਵੀ ਪ੍ਰਾਪਤ ਹੋ ਸਕਦੀ ਹੈ। ਪਰ ਜਿਸ ਦੇ ਅੰਦਰ ਹਰ ਵਕਤ ਮਾਇਆ ਹੈ, ਸੁਰਤ ਵਿੱਚ ਮਾਇਆ, ਕਰਮਾਂ ਵਿੱਚ ਮਾਇਆ, ਬੋਲਾਂ ਵਿੱਚ ਮਾਇਆ, ਤੇ ਸਤਿਗੁਰੂ ਮਹਾਰਾਜ ਕਹਿੰਦੇ ਉਸ ਤੇ ਕਿਰਪਾ ਕਿੱਥੋਂ ਹੋਵੇ ਜੀ। ਅੱਗੇ ਦੇਖੋ, ਹੁਣ ਪਹਿਲੇ ਬੰਦ ਵਿੱਚ ਗੁਰੂ ਨੇ ਹੋਰ ਇਸ ਨੂੰ ਪੂਰੇ ਸ਼ਬਦ ਵਿੱਚ ਸਪਸ਼ਟ ਕੀਤਾ। ਕਹਿੰਦੇ ਨੇ ਬਹੁਤ ਦਰਬ ਕਰ ਮਨ ਨਾ ਅਗਾਨਾ। ਦਰਬ ਹੁੰਦਾ ਹੈ ਪੈਸਾ, ਧਨ, ਦਰਵੈ। ਬਹੁਤ ਪੈਸਾ ਕਰ-ਦਰ ਤੇ ਇਕੱਠਾ ਕੀਤਾ, ਮਨ ਨਾ ਅਗਾਨਾ, ਪਰ ਬੰਦੇ ਦਾ ਮਨ ਕਦੇ ਰੱਜਦਾ ਨਹੀਂ। ਅਗਾਨਾ ਹੁੰਦਾ ਤ੍ਰਿਪਤ ਹੋਣਾ, ਕਿਉਂਕਿ ਸਤਿਗੁਰੂ ਨੇ ਇਹ ਸਾਰਾ ਕੁਝ ਪ੍ਰਤੱਖ ਰੂਪ ਵਿੱਚ ਸਾਡੇ ਸਾਹਮਣੇ ਰੱਖਿਆ ਗੁਰਬਾਣੀ ਵਿੱਚ। ਸਹਿਸ ਖਟੇ ਲਖ ਕੋ ਉਠਤਾ ਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ। ਤੇ ਮਾਇਆ ਗੁਜਰਾਨ ਲੋੜ ਹੈ, ਚਾਹੀਦੀ ਹੈ। ਆ ਹੁਣ ਸਿਸਟਮ ਦੀਆਂ ਅੱਗੇ ਮੈਂ ਖੈਰ ਬੇਨਤੀ ਕਰਦੇ ਹਾਂ, ਅਪੀਲਾਂ ਕਰਨ ਨੂੰ ਵੀ ਕਿੰਤੂ ਪਰੰਤੂ ਕਰਦੇ, ਲੈ ਜੀ ਗੁਰਦੁਆਰਿਆਂ 'ਚ ਮੰਗਦੇ ਹੈ, ਕਿਉਂਕਿ ਕਿਸੇ ਦੀ ਜ਼ੁਬਾਨ ਤੇ ਤਾਲਾ ਤੇ ਨਹੀਂ ਨਾ ਲਾਇਆ ਜਾ ਸਕਦਾ। ਪਰ ਜੋ ਜ਼ਰੂਰਤ ਹੈ, ਹੁਣ ਨਿਸ਼ਾਨ ਸਾਹਿਬ ਲੱਗਾ ਹੈ, ਤੇ ਜਿਸ ਘਰ ਵਿੱਚ ਨਿਸ਼ਾਨ ਸਾਹਿਬ ਹੁੰਦਾ ਹੈ ਗੁਰੂ ਪਿਆਰਿਓ, ਉੱਥੇ ਖਾਲੀ ਪ੍ਰਬੰਧਕ ਜਾਂ ਸੇਵਾਦਾਰ ਜਾਂ ਗ੍ਰੰਥੀ ਸਾਹਿਬਾਨ ਦੀ ਗੱਲ ਨਹੀਂ ਕਿ ਜੀ ਇਹਨਾਂ ਦੀ ਤੇ ਆਦਤ ਪੈ ਗਈ। ਨਹੀਂ ਪਿਆਰਿਓ, ਬੇਨਤੀ ਕਰਾਂ, ਜਿਸ ਨੂੰ ਜਿੱਥੋਂ ਨਿਸ਼ਾਨ ਦਿਸਦਾ ਲੋੜਵੰਦ ਦੌੜਿਆ ਚਲਾ ਆਂਦਾ ਹੈ, ਉਸ ਨੂੰ ਪਤਾ ਹੈ ਕਿ ਜਿਸ ਬਾਪੂ ਦੇ ਘਰ ਇਹ ਨਿਸ਼ਾਨ ਲੱਗਾ ਹੈ, ਭੁੱਖੇ ਨੂੰ ਪ੍ਰਸ਼ਾਦਾ, ਨੰਗੇ ਨੂੰ ਵਸਤਰ, ਰੋਗੀ ਨੂੰ ਦਾਰੂ, ਨਿਰਾਸਰੇ ਨੂੰ ਆਸਰਾ ਅਗਰ ਕੋਈ ਦੇ ਸਕਦਾ ਹੈ ਤੇ ਇਸ ਨਿਸ਼ਾਨ ਵਾਲੇ ਬਾਪੂ ਦੇ ਘਰ ਮਿਲ ਸਕਦਾ ਹੈ। ਤੇ ਇਸ ਘਰ ਦੇ ਵਾਸਤੇ, ਇਹ ਘਰ ਕਿਸੇ ਦਾ ਇੱਕ ਬੰਦੇ ਦਾ ਨਹੀਂ ਹੈ, ਇਹ ਬਾਬੇ ਨਾਨਕ ਦਾ ਘਰ, ਮਾਨਵਤਾ ਦੇ ਭਲੇ ਦਾ ਸਾਂਝਾ ਘਰ ਹੈ। ਇੱਥੇ ਲੈਣ ਵਾਲਿਆਂ ਦੀਆਂ ਵੀ ਲਾਈਨਾਂ ਨੇ ਤੇ ਇੱਥੇ ਦੇਣ ਵਾਲੇ ਵੀ ਬਹੁਤ ਨੇ, ਪਰ ਜਗਾਣਾ ਜਿਹੜਾ ਕਰਮ ਹੈ ਇਹ ਤੇ ਗੁਰੂ ਕਾਲ ਤੋਂ ਚਲੇ ਆ ਰਿਹਾ। ਮੈਂ ਇਹ ਵੀ ਬੇਨਤੀ ਕਰਾਂ,
ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਜਦੋਂ ਮੀਰੀ ਪੀਰੀ ਦੀਆਂ 2 ਕਿਰਪਾਨਾਂ ਧਾਰਨ ਕੀਤੀਆਂ ਸਨ ਤੇ ਜਦੋਂ ਆਪ ਨੇ ਗੁਰਤਾ ਗੱਦੀ ਤੇ ਬੈਠ ਕੇ ਪਹਿਲਾ ਐਲਾਨ ਹੀ ਇਹ ਕੀਤਾ ਸੀ ਕਿ ਅੱਜ ਤੋਂ ਬਾਅਦ ਬਾਬਾ ਨਾਨਕ ਦੇ ਘਰ ਵਿੱਚ ਚੰਗੇ ਨੌਜਵਾਨ ਗੱਭਰੂ, ਚੰਗੇ ਸ਼ਸਤਰ ਤੇ ਚੰਗੇ ਘੋੜੇ ਚਾਹੀਦੇ ਨੇ, ਕਿਉਂਕਿ ਉਸ ਵਕਤ ਦੀ ਜ਼ਰੂਰਤ ਸੀ ਤੇ ਉਹਨਾਂ ਦੀ ਮੰਗ ਕੀਤੀ ਗਈ। ਹੁਣ ਅੱਜ ਜਿਹੜੀ ਜ਼ਰੂਰਤ ਹੈ, ਇੱਕ ਤੇ ਸਭ ਤੋਂ ਵੱਡਾ ਦੁਖਾਂਤ ਹੈ ਸਾਡੀ ਕੌਮ ਦਾ, ਅਸੀਂ ਪ੍ਰਬੰਧਕਾਂ ਦਾ ਲੇਬਲ ਗੁਰਦੁਆਰਿਆਂ ਤੇ ਲਾ ਦਿੰਨੇ ਆ, ਭਾਵੇਂ ਉਹ ਸਿੰਘ ਸਭਾਵਾਂ ਨੇ, ਭਾਵੇਂ ਉਹ ਵੱਡੀਆਂ ਕਮੇਟੀਆਂ ਨੇ, ਲੈ ਫਲਾਣਿਆਂ ਦਾ ਕਬਜ਼ਾ, ਆਪਾਂ ਕੀ ਲੈਣਾ ਜਾ ਕੇ। ਨਹੀਂ ਪਿਆਰਿਓ, ਸਮਾਂ ਹੈ, ਕਦੇ ਤੁਹਾਡਾ ਵਕਤ ਆਏਗਾ, ਕਦੇ ਕਿਸੇ ਦਾ ਸੀ, ਕਦੇ ਕਿਸੇ ਹੋਰ ਦਾ ਆ ਜਾਣਾ। ਇਹ ਜ਼ਿੰਮੇਵਾਰੀ ਹੈ। ਇਸ ਜ਼ਿੰਮੇਵਾਰੀ ਨੂੰ ਨਿਭਾਉਣ ਵਾਸਤੇ ਪਹਿਲੋਂ ਵੀ ਸੰਗਤਾਂ ਨੇ ਸਹਿਯੋਗ ਕੀਤਾ ਹੈ। ਇਹ ਜਿਤਨੇ ਵੀ ਅਦਾਰੇ ਨੇ ਨਾ, ਇਹਨਾਂ ਅਦਾਰਿਆਂ ਦੀ ਬਣਤਰ ਵੀ ਸੰਗਤਾਂ ਦੇ ਸਹਿਯੋਗ ਨਾਲ ਹੋਈ ਹੈ। ਇਹ ਅਦਾਰੇ ਬਣੇ ਕਿਵੇਂ ਨੇ? ਸੰਗਤਾਂ ਦੇ ਇੱਕ ਟਕੇ ਨਾਲ ਬਣੇ ਹੈ। ਸੰਗਤਾਂ ਦੇ ਦਸਵੰਧ ਨਾਲ ਇਹ ਅਦਾਰੇ ਖੜੇ ਹੋਏ ਨੇ। ਕੋਈ ਵੀ ਲੈ ਲਓ, ਮੈਡੀਕਲ ਹੈ, ਐਜੂਕੇਸ਼ਨ ਹੈ, ਧਾਰਮਿਕ ਸਥਾਨ ਨੇ। ਅਗਰ ਇਹਨਾਂ ਦੀ ਬਣਤਰ ਹੈ, ਹੋਂਦ ਹੈ, ਤੇ ਇਹ ਕਿੱਥੋਂ ਬਣੀ? ਸੰਗਤ ਦੇ ਸਹਿਯੋਗ ਨਾਲ ਹੈ। ਅੱਜ ਇਹਨਾਂ ਦੇ ਰੱਖ ਰਖਾਵ ਦੀ ਵੀ ਜਿਹੜੀ ਸੇਵਾ ਹੈ ਉਹ ਮੌਜੂਦਾ ਪ੍ਰਬੰਧਕ ਕਰਦੇ ਨੇ, ਜਿਹੜੇ ਵੀ ਵਕਤ ਦੇ ਹੁੰਦੇ ਨੇ, ਲੇਕਿਨ ਸਹਿਯੋਗ ਸੰਗਤਾਂ ਨੂੰ ਉਸੇ ਤਰ੍ਹਾਂ ਕਰਨਾ ਚਾਹੀਦਾ ਹੈ। ਸੋ ਬੇਨਤੀ ਹੈ, ਮਾਇਆ ਬਹੁਤ ਹੈ, ਲੇਕਿਨ ਮਾਇਆ ਦੇ ਉੱਤੇ ਕੁੰਡਲੀ ਮਾਰ ਕੇ ਆਪਾਂ ਨਹੀਂ ਬਹਿਣਾ। ਇਸ ਮਾਇਆ ਦੀ ਵਰਤੋਂ ਕਿਵੇਂ ਕਰਨੀ ਹੈ, ਇਹ ਗੁਰੂ ਸਾਹਿਬ ਦਰਸਾਉਂਦੇ ਨੇ। ਕਹਿੰਦੇ ਮਾਇਆ ਗੁਜਰਾਨ, ਪੁੱਤਰ ਨਿਸ਼ਾਨ, ਔਰਤ ਈਮਾਨ। ਤੇ ਅੱਗੇ ਫਕੀਰਾਂ ਦੇ ਵਾਸਤੇ ਵੀ ਕਿਹਾ ਸੀ, ਫਕੀਰ ਨਾ ਹਿੰਦੂ ਨਾ ਮੁਸਲਮਾਨ। ਤੇ ਸਵਾਲ ਸੀ, ਬਾਬਾ ਜੀ ਗੁਜਰਾਨ ਦਾ ਕੋਈ ਮਾਨਕ ਨਹੀਂ ਹੈ, ਕਿਤਨਾ ਕੁ ਦਾਇਰਾ, ਕਿੰਨੀ ਹੋਵੇ? ਕਹਿੰਦੇ ਖਾਣ ਨੂੰ ਥੁੜੇ ਨਾ, ਪੈਸਾ ਜੁੜੇ ਨਾ, ਤੇ ਘਰੋਂ ਆਇਆ ਭੁੱਖਾ ਮੁੜੇ ਨਾ। ਇਸ ਜੋਗਾ ਤੇ ਰੱਖ। ਤੇ ਇਹ ਬਾਪੂ ਨਾਨਕ ਦੇ ਘਰ ਵਿੱਚ ਵੀ ਚਾਹੀਦਾ। ਸੋ ਜਿਤਨੇ ਅਦਾਰੇ ਨੇ, ਜਿਤਨੀਆਂ ਵੀ ਸੰਸਥਾਵਾਂ ਨੇ ਮੈਨੇਜਮੈਂਟ ਦੇ ਅਧੀਨ, ਉਹ ਬਣੀਆਂ ਵੀ ਸੰਗਤ ਦੇ ਸਹਿਯੋਗ ਨਾਲ ਨੇ। ਉਹਨਾਂ ਦਾ ਰੱਖ ਰਖਾਵ, ਉਹਨਾਂ ਦੀ ਜਿਹੜੀ ਜ਼ਰੂਰਤ ਹੈ ਅੱਜ ਵਕਤ ਦੀ, ਉਸ ਮੁਤਾਬਕ ਅਪੀਲ ਹੈ ਪਿਆਰਿਓ, ਸੰਗਤਾਂ ਨੂੰ ਸਿਰ ਜੋੜ ਕੇ ਸੇਵਾ ਵਿੱਚ ਹਿੱਸਾ ਪਾਉਣਾ ਚਾਹੀਦਾ ਹੈ। ਭਾਵੇਂ ਉਹ ਰਾਸ਼ਨ ਹੈ, ਭਾਵੇਂ ਉਹ ਬਿਲਡਿੰਗਾਂ ਨੇ, ਭਾਵੇਂ ਉਹ ਹੋਰ ਕਈ ਕਾਰਨ ਨੇ ਜਿਹੜੇ ਹਾਲਾਤ ਦੇ ਬਣੇ ਹੋਏ, ਉਹਨਾਂ ਵਿੱਚ ਸਹਿਯੋਗ ਦੀ ਲੋੜ ਹੈ। ਔਰ ਇਹ ਗੁਰੂ ਕਾਲ ਤੋਂ ਹੈ। ਮੈਂ ਫੇਰ ਦੁਹਰਾਵਾਂ, ਇਹ ਕੋਈ ਅੱਜ ਦੀ ਨਵੀਂ ਫਿਰਤ ਨਹੀਂ ਹੈ ਜੀ ਹੁਣ ਮੰਗਿਆ ਜਾਂਦਾ, ਨਹੀਂ। ਔਰ ਆਵਾਜ਼ ਉਦੋਂ ਵੀ ਗੁਰੂ ਅਰਜਨ ਸਾਹਿਬ ਮਹਾਰਾਜ ਵੇਲੇ ਪ੍ਰਿਥੀ ਚੰਦ ਨੇ ਸ਼ਰਾਰਤ ਕੀਤੀ ਸੀ। ਖਰਚੇ ਵਾਸਤੇ ਸੰਗਤਾਂ ਨੂੰ, ਲੰਗਰ ਵਾਸਤੇ ਸੰਗਤਾਂ ਨੂੰ, ਆਰਾਮ ਵਾਸਤੇ ਸੰਗਤਾਂ ਨੂੰ ਗੁਰੂ ਅਰਜਨ ਬਾਪੂ ਦੇ ਘਰ ਭੇਜ ਦਿੰਦਾ ਸੀ, ਤੇ ਮਸੰਦਾਂ ਦੀ ਆਈ ਹੋਈ ਮਾਇਆ ਨੂੰ ਆਪ ਇਕੱਠੀ ਕਰਕੇ ਇੱਕ ਪਾਸੇ ਰੱਖ ਲੈਂਦਾ ਸੀ। ਉਦੋਂ ਵੀ ਜਗਾਣਾ ਪਿਆ, ਤੇ ਜਾਗ ਹੈ ਪਿਆਰਿਓ, ਜਾਗਣ ਦੀ ਲੋੜ ਹੈ। ਇਹ ਸਿੱਖ ਸੰਸਥਾਵਾਂ ਗੁਰੂ ਦੀਆਂ, ਸੰਗਤਾਂ ਦੀਆਂ। ਇਹਨਾਂ ਸੰਸਥਾਵਾਂ ਨੂੰ, ਅਦਾਰਿਆਂ ਨੂੰ ਸੰਭਾਲਣਾ, ਇਹਨਾਂ ਦੇ ਲਈ ਸਹਿਯੋਗ ਕਰਨਾ ਹਰ ਸਿੱਖ ਦਾ ਫਰਜ਼ ਹੈ। ਟਕਾ ਪਾਓ, ਲੱਖ ਪਾਓ, ਜੋ ਬਣਦਾ ਪਾਓ, ਪਰ ਸਹਿਯੋਗ ਵਾਸਤੇ ਬਾਬੇ ਨਾਨਕ ਦੇ ਘਰ, ਗੁਰੂ ਨਾਨਕ ਦੇ ਸਿੱਖਾਂ ਦੇ ਨਾਲ ਹੀ ਚੱਲਣੇ ਹੈ। ਅੱਗੇ ਕਿਰਪਾ ਦੇਖੋ ਕਰਦੇ ਨੇ, ਬਹੁਤ ਦਰਬ ਕਰ ਮਨ ਨਾ ਗਾਨਾ। ਤ੍ਰਿਪਤੀ ਤੇ ਬੰਦੇ ਦੀ ਨਹੀਂ ਹੋਣੀ ਜਿਨ੍ਹਾਂ ਦਾ ਆਪਣਾ, ਪਰ ਗੁਰੂ ਘਰ ਵਿੱਚ ਤੇ ਗੁਰੂ ਕਾਲ ਤੋਂ ਰਿਹਾ। ਅਖੀਰ ਜਦੋਂ ਲੰਗਰ ਦੇ ਪ੍ਰਸ਼ਾਦੇ ਮੁੱਕ ਜਾਣੇ, ਦਾਲਾਂ ਮੁੱਕ ਜਾਣੀਆਂ, ਗੁਰੂ ਅਰਜਨ ਸਾਹਿਬ ਪਿਤਾ ਮਹਾਰਾਜ ਮਾਤਾ ਗੰਗਾ ਜੀ ਬਾਰੇ ਇਤਿਹਾਸ ਕਹਿੰਦਾ, ਉਹ ਮਿੱਸੇ ਪ੍ਰਸ਼ਾਦੇ, ਮਿੱਠੇ ਪ੍ਰਸ਼ਾਦੇ ਖਾਂਦੇ ਸਨ, ਮਿੱਠੇ ਜਿਹੜੇ ਕੱਲ ਦੇ ਸਨ। ਜੇ ਲੰਗਰ ਮਸਤ ਹੋ ਗਿਆ, ਪਤੀਲੇ ਪੁੱਠੇ ਹੋ ਜਾਂਦੇ ਸਨ। ਕਹਿੰਦੇ ਸੱਚੇ ਪਾਤਸ਼ਾਹ ਜੀ ਇਹ ਵਰਤਾਰਾ ਚੱਲ ਰਿਹਾ। ਕਹਿੰਦੇ ਕੋਈ ਗੱਲ ਨਹੀਂ, ਉਹ ਆਪਣਾ ਕੰਮ ਕਰੀ ਜਾਣ, ਇਹ ਬਾਬੇ ਨਾਨਕ ਦਾ ਘਰ ਹੈ, ਇੱਥੇ ਸੰਗਤਾਂ ਨੇ ਕੱਲ ਨੂੰ ਇਸ ਤੋਂ ਵੱਧ ਸੇਵਾ ਲੈ ਕੇ ਆਣੀ ਹੈ। ਸੋ ਇਹ ਗੁਰੂ ਨਾਨਕ ਦੇ ਘਰ ਦਾ ਵਿਸ਼ਵਾਸ। ਤੇ ਆਮ ਮਾਨਵਤਾ ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣਈ ਬਹੁ ਰੋਲ ਕਝੋਲਾ। ਮਾਇਆ ਧਾਰੀ ਲੋਕ, ਉਹਨਾਂ ਨੂੰ ਬਹੁਤਾਤ ਵਿੱਚ ਇਹ ਹੈ ਕਿ ਉਹ ਅੰਨੇ ਵੀ ਨੇ ਤੇ ਬੋਲੇ ਵੀ ਨੇ। ਦੇਖੋ ਕਿੱਥੇ ਛੋਟੀ ਜੀ ਬੇਨਤੀ ਕਰਾਂ, ਰੱਬ ਨੇ ਅੱਖਾਂ ਤੋਂ ਹੀਨੇ ਵੀ ਪੈਦਾ ਕੀਤੇ ਨੇ,
ਰੱਬ ਨੇ ਕੰਨਾਂ ਤੋਂ ਹੀਣੇ ਵੀ ਪੈਦਾ ਕੀਤੇ ਨੇ। ਲੇਕਿਨ ਇੱਕ ਕਮਾਲ ਦੀ ਗੱਲ ਹੈ, ਰੱਬ ਦੀ ਕੁਦਰਤ ਵਿੱਚ ਐਸਾ ਬੰਦਾ ਰੱਬ ਨੇ ਨਹੀਂ ਬਣਾਇਆ, ਕੋਈ ਕਾਰਨ ਬਣਿਆ ਹੋਵੇ, ਕੋਈ ਐਕਸੀਡੈਂਟ ਹੋ ਗਿਆ, ਕੋਈ ਰੋਗ ਐਸਾ ਹੋ ਗਿਆ ਕਿ ਅੱਖਾਂ ਤੇ ਕੰਨ ਇਕੱਠੇ ਖਤਮ ਹੋ ਜਾਣ, ਪਰ ਪਰਮੇਸ਼ਰ ਵੱਲੋਂ ਬੇਜ਼ੁਬਾਨ ਬੰਦਾ ਉਹ ਹੁੰਦਾ ਹੈ ਜਿਸ ਦੇ ਕੰਨ ਕੰਮ ਨਹੀਂ ਕਰਦੇ, ਉਹ ਬੋਲ ਨਹੀਂ ਪਾਉਂਦਾ, ਕਿਉਂਕਿ ਸੁਣਦਾ ਨਹੀਂ ਤੇ ਬੋਲਦਾ ਵੀ ਨਹੀਂ। ਪਰ ਰੱਬ ਵੱਲੋਂ ਅੱਖਾਂ ਤੋਂ ਹੀਣਾ ਤੇ ਕੰਨਾਂ ਤੋਂ ਹੀਣਾ ਬੰਦਾ ਨਹੀਂ ਹੈ, ਕਿਉਂਕਿ ਜਿਸ ਦੇ ਅੱਖਾਂ ਨਹੀਂ ਉਹ ਕੰਨਾਂ ਤੋਂ ਕੰਮ ਚਲਾਉਂਦਾ ਹੈ, ਜਿਸ ਦੇ ਕੰਨ ਨਹੀਂ ਉਹ ਅੱਖਾਂ ਤੋਂ ਕੰਮ ਚਲਾਉਂਦਾ ਹੈ। ਲੇਕਿਨ ਜਿਸ ਦੇ ਕੰਨ ਤੇ ਅੱਖਾਂ ਦੋਨੋਂ ਹੀ ਨਾ ਹੋਣ, ਉਹ ਸਮਾਜ ਦੇ ਵਿੱਚ ਇੱਕ ਬੁੱਤ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਹੈ। ਤੇ ਸਤਿਗੁਰੂ ਨੇ ਬਾਣੀ 'ਚ ਕਿਹਾ ਕਿ ਆਮ ਲੋਕ ਨਹੀਂ ਮਿਲਦੇ ਇਹੋ ਜਿਹੇ, ਪਰ ਮਾਇਆ ਧਾਰੀ ਅਤੰਨਾ ਬੋਲਾ, ਸ਼ਬਦ ਨਾ ਸੁਣਈ ਬੋ ਰੋਲ ਕਚੋਲਾ। ਉਹ ਗੁਰੂ ਦਾ ਗਿਆਨ ਨਾ ਸੁਣਦਾ ਹੈ, ਨਾ ਉਹ ਸੱਚ ਨੂੰ ਦੇਖ ਪਾਉਂਦਾ ਹੈ। ਉਹ ਆਪਣੀ ਜ਼ਿੰਦਗੀ ਵਿੱਚ ਇੱਕ ਐਸੀ ਜ਼ਿੰਦਗੀ ਉਸ ਦੀ ਬਣ ਕੇ ਰਹਿੰਦੀ ਹੈ ਜਿਹੜੀ ਕਿਸੇ ਵਾਸਤੇ ਹੈ ਹੀ ਕੁਛ ਨਹੀਂ। ਤੇ ਸਤਿਗੁਰੂ ਨੇ ਕਿਰਪਾ ਕੀਤੀ, ਬਖਸ਼ਿਸ਼ ਕਰਦੇ ਨੇ, ਅਨੇਕ ਰੂਪ ਦੇਖ ਨੈ ਪਤੀ ਆਨਾ, ਨਾ ਤੇ ਤ੍ਰਪਤੀ ਮਾਇਆ ਇਕੱਠੀ ਕੀਤਿਆਂ ਬੰਦੇ ਦੀ ਹੋਈ, ਤੇ ਨਾ ਅੱਖਾਂ ਪਰਾਇਆ ਰੂਪ ਤੱਕ ਤੱਕ ਕੇ ਕਦੇ ਤ੍ਰਿਪਤ ਹੋਈਆਂ। ਅੱਖਾਂ ਜਿਨ੍ਹਾਂ ਨੂੰ ਮੈਲ ਫੱਕਣ ਦੀ ਆਦਤ ਪੈ ਗਈ, ਜਿਹੜੀਆਂ ਅੱਖਾਂ ਨੂੰ ਗੰਦ ਤੱਕਣ ਦੀ ਆਦਤ ਪੈ ਜੇ ਨਾ ਗੁਰੂ ਪਿਆਰਿਓ, ਉਹ ਅੱਖਾਂ ਬਹੁਤ ਔਖੀਆਂ ਪਰਤਿਆ ਕਰਦੀਆਂ, ਉਹਨਾਂ ਦੀ ਬਦਨਾਮੀ ਹੁੰਦੀ ਹੈ, ਉਹਨਾਂ ਦੇ ਮੂੰਹ ਕਾਲੇ ਹੁੰਦੇ ਨੇ, ਪਰ ਉਹ ਬਦਲਣ ਨੂੰ ਤਿਆਰ ਨਹੀਂ ਹੁੰਦੇ। ਅੱਖਾਂ ਦਾ ਕੰਮ ਕੀ ਹੈ? ਪਰਾਇਆ ਰੂਪ ਤੱਕਣਾ। ਪਰਾਏ ਰੂਪ ਤੋਂ ਬਾਅਦ ਵਿਕਾਰ ਤੇ ਵਿਵਚਾਰ ਦੀ ਨਜ਼ਰ ਅੰਦਰ ਬਿਰਤੀ ਪੈਦਾ ਕਰ ਲੈਂਦੇ ਆ। ਤੇ ਗੁਰਦੇਵ ਸਪਸ਼ਟ ਕਹਿੰਦੇ ਨੇ, ਅਨੇਕ ਰੂਪ ਦੇਖ ਨੈ ਪਤੀ ਆਨਾ, ਅੱਖੀਂ ਪੇਖ ਨਾ ਰੱਜੀਆਂ, ਦੇਖ ਕੇ ਰੱਜੀਆਂ ਨਹੀਂ, ਤ੍ਰਿਪਤ ਨਹੀਂ ਹੋਈਆਂ, ਬਹੁ ਰੰਗ ਤਮਾਸ਼ੇ। ਇੱਕ ਆਪਾਂ ਹੋਰ ਬਚਨ ਪੜ੍ਹਦੇ ਹਾਂ, ਅੱਖੀਓ ਤੱਕਣਾ ਬਾਣ ਤੁਹਾਡੀ, ਕੌਣ ਕਹੇ ਤੁਸੀਂ ਤੱਕੋ ਨਾ। ਤੱਕੋ ਨਹੀਂ ਤੁਸੀਂ, ਰਜ ਰਜ ਤੱਕੋ, ਤੱਕਦਿਆਂ ਥੱਕੋ ਨਾ, ਪਰ ਇਸ ਤੱਕ ਵਿੱਚ ਚੇਤੇ ਰੱਖਿਓ, ਮੈਲੀਆਂ ਮੂਲ ਨਾ ਹੋਇਓ ਜੇ, ਕਾਦਰ ਦੀ ਇਸ ਕੁਦਰਤ ਦੇ ਵਿੱਚ ਜ਼ਹਿਰ ਘੋਲ ਤੁਸੀਂ ਫੱਕੋ ਨਾ। ਅੱਖਾਂ ਦਾ ਕੰਮ ਹੈ ਦੇਖਣਾ, ਪਰ ਦੇਖਣਾ ਕੀ ਹੈ? ਹੁਣ ਪਰੇਸ਼ਾਨੀ ਤੇ ਇਹ ਹੈ ਕਿ ਨਿਤਨੇਮ ਲਈ ਤੇ ਆਪਾਂ ਭਾਈ ਸਾਹਿਬ ਰੱਖੇ ਆ ਗੁਰਦੁਆਰੇ, ਸਾਨੂੰ ਕੀ ਲੋੜ ਹੈ? ਜੇ ਘਰ ਪ੍ਰਕਾਸ਼ ਵੀ ਕੀਤਾ ਹੈ ਤੇ ਉੱਥੇ ਵੀ ਗ੍ਰੰਥੀ ਸਾਹਿਬ ਆਉਂਦੇ ਨੇ, ਪ੍ਰਕਾਸ਼ ਕਰ ਦਿੰਦੇ ਹੈ। ਸਾਡੇ ਲਈ ਤੇ ਪਾਠ ਰੋਜ਼ ਹੁੰਦਾ ਹੈ, ਪਰ ਆਨੰਦ ਸਾਹਿਬ ਪੜ੍ਹੋ ਨਾ, ਜੇ ਨਿਤਨੇਮ ਕਰੀਏ, ਆਦਤ ਪਾਓ ਭਾਈ ਨਿਤਨੇਮ ਦੀ। ਤੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਸਮਝਾਉਂਦੇ, ਇਹ ਨੇਤਰੋ ਮੇਰਿਓ ਹਰ ਤੁਮੈ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ, ਇਹ ਵਿਸ਼ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਕਰਤੇ ਨੂੰ ਦੇਖ ਕੁਦਰਤ ਵਿੱਚ ਤੇ ਅੱਖਾਂ ਸਫਲ ਨੇ, ਵਰਨਾ ਇਹ ਪਤੀਜ ਦੀਆਂ ਨਹੀਂ, ਤ੍ਰਿਪਤ ਨਹੀਂ ਹੁੰਦੀਆਂ। ਪੁੱਤਰ ਕਲਤਰ ਉਰਜਿਓ ਜਾਨ ਮੇਰੀ, ਜਾਨ ਮੇਰੀ, ਜਾਣ ਕੇ ਮੇਰੀ ਆਪਣੀ, ਆਪਣਾ ਸਮਝਦਾ ਪੁੱਤਰ ਨੂੰ, ਤੇ ਕਲਤਰ ਕਹਿੰਦੇ ਨੇ ਇਸਤਰੀ ਨੂੰ, ਕਿ ਮੇਰੇ ਨੇ, ਇਹ ਮੇਰੇ ਨੇ। ਲੇਕਿਨ ਗੁਰਦੇਵ ਕਹਿੰਦੇ ਨੇ, ਉਹ ਬਿਨਸੈ ਉਹ ਭਸਮੈ ਢੇਰੀ। ਜਦੋਂ ਇਸਤਰੀ ਦਾ ਰੂਪ ਬਜ਼ੁਰਗੀ ਆ ਜਾਂਦੀ ਹੈ, ਤੇ ਜਦੋਂ ਪੁੱਤਰ ਬੇਗਾਨੇ ਹੁੰਦੇ ਨੇ, ਜੀਂਦੇ ਜੀ ਵੀ ਦੁਖੀ ਹੈ, ਤੇ ਮਰਨ ਤੋਂ ਬਾਅਦ ਤੇ ਭਸਮ ਦੀ ਢੇਰੀ ਹੈ ਸਾਰੇ, ਕੋਈ ਕਿਸੇ ਦਾ ਸਾਥੀ ਨਹੀਂ ਹੁੰਦਾ। ਕੱਲ ਦਾ ਸ਼ਬਦ ਬੜਾ ਪਿਆਰਾ ਗੁਰੂ ਬਾਬਾ ਜੀ ਦਾ, ਗੁਰੂ ਅਰਜਨ ਸਾਹਿਬ ਜੀ ਦਾ ਬਚਨ, ਭਾਦੋਏ ਭਰਮ ਭੁਲਾਣੀਆਂ ਦੂਜੇ ਲੱਗਾ ਖੇਤ, ਲਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੇਤ, ਜਿਤ ਦਿਨ ਦੇਹ ਬਿਨਸ ਸੀ ਤਿਤ ਵੇਲੇ ਕੈਸਨ ਪ੍ਰੇਤ। ਤੇ ਇਸੇ ਵਿੱਚ ਹੀ ਗੁਰੂ ਨੇ ਕਿਰਪਾ ਕੀਤੀ ਕਿ ਜਦੋਂ ਪਕੜ ਚਲਾਇਨ ਦੂਤ ਜਮ ਕਿਸੇ ਨਾ ਦੇਨੀ ਭੇਤ, ਛੱਡ ਖੜੋਤੇ ਖਿਨੈ ਮਾਹੀ ਜਿਨਸਿਓ ਲੱਗਾ ਹੇਤ। ਜਿਨ੍ਹਾਂ ਨਾਲ ਪਿਆਰ ਕੀਤਾ ਉਹ ਇੱਕ ਖਿਨ ਨਹੀਂ ਲਾਉਂਦੇ, ਛੱਡ ਕੇ ਪਾਸੇ ਹੋ ਜਾਂਦੇ ਹੈ। ਆਦ ਘਰੀ ਕੋਉ ਨਾ ਰਾਖੈ, ਘਰ ਤੇ ਦੇਤ ਨਿਕਾਰ, ਕਾਢੋ ਕਾਢੋ ਹੋਈ, ਮਾਤ ਪਿਤਾ ਬਨਤਾ ਸੁਤ ਬੰਦਾ, ਪਿਸ਼ਟਮੀ ਤਰ ਭਾਈ। ਪੂਰਬ ਜਨਮ ਕੇ ਮਿਲੇ ਸੰਜੋਗੀ, ਅੰਤੈ ਕੋ ਨਾ ਸਹਾਈ। ਸਤਿਗੁਰੂ ਮਹਾਰਾਜ ਤਰਸ ਕਰ ਰਹੇ ਨੇ,
ਕਹਿੰਦੇ ਨੇ ਭਲਿਆ ਤੈਨੂੰ ਮੈਂ ਜ਼ਿੰਦਗੀ ਦਾ ਸਹੀ ਰਸਤਾ ਸਮਝਾਉਣਾ ਚਾਹੁੰਦਾ। ਜੇ ਤੂੰ ਦਰਬ ਦੇ ਮਗਰ ਤੁਰਦਾ ਤ੍ਰਿਪਤ ਨਹੀਂ ਹੋ ਸਕਦਾ। ਜੇ ਅੱਖਾਂ ਨੂੰ ਰੂਪ ਤੱਕਣ ਦੀ ਆਦਤ ਪੈ ਗਈ ਇਹ ਵਿਕਾਰੀ ਹੋ ਜਾਣਗੀਆਂ। ਜੇ ਖਾਲੀ ਪੁੱਤਰ ਤੇ ਇਸਤਰੀ ਵਿੱਚ ਮਨ ਨੂੰ ਖਚਤ ਕਰ ਲਿਆ ਸੱਚ ਜਾਣੀ ਅੰਤ ਉਹ ਭਸਮ ਦੀ ਢੇਰੀ ਨੇ, ਉਹਨਾਂ ਨੇ ਵੀ ਤੇਰੇ ਨਾਲ ਨਹੀਂ ਰਹਿਣਾ। ਫਿਰ ਕਹਿੰਦੇ ਨੇ ਜੋ ਬਿਗਾਰੀ ਕੈ ਸਿਰ ਦੀ ਜਾਇਦਾ। ਗੁਰੂ ਪਾਤਸ਼ਾਹ ਨੇ ਬੜੀਆਂ ਪਿਆਰੀਆਂ ਉਦਾਹਰਨਾਂ ਬਖਸ਼ਿਸ਼ ਕੀਤੀਆਂ ਇਸ ਸ਼ਬਦ ਵਿੱਚ। ਕਹਿੰਦੇ ਨੇ ਜਿਵੇਂ ਇੱਕ ਬਿਗਾਰੀ ਜਿਸ ਦੇ ਸਿਰ ਉੱਤੇ ਪੈਸਾ ਚੁਕਾਇਆ ਹੋਇਆ ਹੈ, ਦਾਮ ਦਾ ਅਰਥ ਹੈ ਪੈਸਾ, ਧਨ। ਹੁਣ ਬਿਗਾਰ ਸ਼ਬਦ ਹੈ, ਖੈਰ ਅੱਜ ਆ ਜਿਹੜੇ ਬਜ਼ੁਰਗ ਬਾਹਰ ਤੁਸੀਂ ਬੈਠੇ ਹੋ ਜਾਂ ਪਿੰਡਾਂ ਥਾਵਾਂ ਤੋਂ, ਉਹਨਾਂ ਨੂੰ ਪਤਾ ਹੈ ਬਿਗਾਰ ਸ਼ਬਦ। ਅੱਜ ਤੇ ਮੁੱਕ ਗਿਆ, ਅੱਜ ਇਸ ਦੇ ਬਾਰੇ ਕੋਈ ਸੋਚਣ ਨੂੰ ਤਿਆਰ ਨਹੀਂ। ਅੱਜ ਤੇ ਬੰਦਾ ਆਪਣੇ ਸਕੇ ਭਰਾਵਾਂ ਦੇ ਨਾਲ ਨਹੀਂ ਖੜਦਾ, ਮਾਤਾ ਪਿਤਾ ਨੂੰ ਬਿਰਧ ਘਰ ਛੱਡ ਆਉਂਦਾ। ਉਹ ਬਿਗਾਰ ਕਿੱਥੋਂ ਕਰੇਗਾ ਜਿਹੜਾ ਆਪਣਿਆਂ ਦਾ ਫਰਜ਼ ਨਹੀਂ ਨਿਭਾਉਂਦਾ। ਅਸਲ ਵਿੱਚ ਬਿਗਾਰ ਸ਼ਬਦ ਹੁੰਦਾ ਸੀ, ਬਿਗਾਰੀ ਉਸ ਨੂੰ ਕਹਿੰਦੇ ਸਨ ਜਿਹੜਾ ਬਿਨਾਂ ਪੈਸੇ ਲਏ ਕਿਸੇ ਦੇ ਵਿਗੜੇ ਕੰਮ ਨੂੰ ਸਵਾਰਨ ਵਿੱਚ ਸਹਿਯੋਗੀ ਹੋ ਜਾਏ। ਪੁਰਾਣਾ ਵਕਤ ਹੁੰਦਾ ਸੀ, ਪਿੰਡਾਂ ਥਾਵਾਂ ਤੇ ਕਿਸੇ ਬੰਦੇ ਦਾ ਕੋਈ ਨੁਕਸਾਨ ਹੋ ਜਾਂਦਾ ਹੈ, ਕੋਈ ਅੱਗਾਂ ਲੱਗ ਗਈਆਂ, ਕਿਸੇ ਦਾ ਕੋਈ ਹੋਰ ਮਾਲ ਡੰਗਰ ਤੱਕ ਮਰ ਗਿਆ, ਤੇ ਪਤਾ ਲੋਕ ਕਹਿੰਦੇ ਚਲੋ ਬਿਗਾਰ ਪਾਓ, ਇਸ ਦਾ ਇੱਕ ਕੰਮ ਵੀ ਸਾਰ ਲਈਏ ਜਾਂ ਚੰਦ ਪੈਸੇ ਇਕੱਠੇ ਕਰੋ ਤੇ ਇਸ ਦਾ ਵਿਗੜਿਆ ਕੰਮ ਬਣਾ ਦਿੰਦੇ ਆ। ਪੰਜਾਬ ਵਿੱਚ ਅੱਜ ਵੀ ਇਹ ਜਿਹੜਾ ਗੁਰੂ ਬਾਬਾ ਜੀ ਵੱਲੋਂ ਪਰਉਪਕਾਰ ਵਾਲਾ ਭਾਵ ਹੈ ਨਾ, ਇਹ ਅੱਜ ਉੱਥੇ ਦੇਖਣ ਨੂੰ ਮਿਲਦਾ ਹੈ। ਅਸੀਂ ਤੇ ਖੈਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਸ ਦੇ ਸੱਚ ਗਿਆਨ ਤੋਂ ਕਿਤੇ ਦੂਰ ਚਲੇ ਗਏ ਆ, ਨਹੀਂ ਤੇ ਤਾਂ ਹੀ ਅੱਜ ਪੰਜਾਬ ਹੜ੍ਹ ਆਏ ਆਪਣੇ ਘਰ ਨੂੰ ਆਪ ਹੀ ਵੀਰ ਬਚਾ ਰਹੀ ਹੈ। ਜਿਸ ਇਲਾਕੇ ਨੂੰ ਅਜੇ ਬਾਬੇ ਨੇ ਕਿਰਪਾ ਕਰਕੇ ਬਚਾਇਆ, ਉਹ ਇਲਾਕੇ ਦੇ ਲੋਕ ਦੂਜੇ ਪਾਸੇ ਆਪਣੇ ਭਰਾਵਾਂ ਨਾਲ ਜਾ ਕੇ ਖੜ ਗਏ। ਖੇਤਾਂ ਵਿੱਚ ਜਾ ਕੇ ਵੇਖੋ, ਆਪਣੇ ਟਰੈਕਟਰਾਂ 'ਚ ਤੇਲ ਬਾਲ ਮਦਦ ਕਰ। ਇਹ ਬਿਗਾਰ ਹੈ। ਇਹ ਮਾਣ ਗੁਰੂ ਦਾ ਦਿੱਤਾ ਹੋਇਆ ਹੈ, ਉਸ ਧਰਤੀ ਨੂੰ ਮਾਣ ਹੈ। ਜੇ ਨਾ ਭੁੱਲਦਾ ਹੋਵਾਂ, ਇੱਕ ਸਾਧੂ ਸਿੰਘ ਜੀ ਨੇ ਇੱਕ ਕੈਸਟ ਕੱਢੀ ਸੀ, ਗੀਤਾਂ ਦੀ ਸੀ ਵੈਸੇ ਉਹ। ਉਸ ਵਿੱਚ ਉਹਨਾਂ ਨੇ ਇੱਕ ਗੀਤ ਬੜਾ ਪਿਆਰਾ ਕਵਿਤਾ ਪੜ੍ਹੀ ਸੀ, ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਬਾਰੇ ਸੀ ਉਹ। ਸ਼ਿੰਗਾਰ ਕੇ ਚੱਲਿਆ ਹਾਂ ਤਾਰੀਖ ਪੁਰਾਣੀ ਨੂੰ, ਹੈ ਮਾਣ ਸ਼ਹੀਦਾਂ ਤੇ ਪੰਜਾਬ ਦੇ ਪਾਣੀ ਨੂੰ। ਇਹ ਸ਼ਹੀਦੀ ਸ਼ਬਦ ਵੀ ਉੱਥੋਂ ਹੀ, ਸ਼ਹੀਦ ਕੌਣ ਹੈ? ਸ਼ਹੀਦ ਉਹ ਹੈ ਜਿਹੜਾ ਆਪਣਾ ਆਪਾ ਵਾਰਨਾ ਜਾਣਦਾ ਹੈ। ਤੇ ਜਦੋਂ ਸ਼ਹੀਦ ਦਾ ਪਹਿਲੀ ਪੌੜੀ ਅਗਰ ਪੜੋਗੇ ਸ਼ਹੀਦ ਦੀ, ਵੀ ਪਹਿਲਾ ਕਰਮ ਇਸਨੇ ਕਿਆ ਕਰਨਾ ਹੈ, ਉਹ ਬਿਗਾਰ ਸਿੱਖਦਾ ਹੈ, ਉਹ ਸੇਵਾ ਦੀ ਭਾਵਨਾ ਅੰਦਰ ਪ੍ਰਗਟ ਕਰਦਾ ਹੈ। ਸ਼ਹੀਦ ਤੇ ਬਿਲਕੁਲ ਸਿਖਰ ਦੇ ਉੱਤੇ ਜਾ ਕੇ ਪ੍ਰਾਪਤੀ ਹੈ, ਕਦਮ ਕਦਮ ਚੱਲਦਾ ਹੈ ਆਪਣਾ ਕਿਸੇ ਵਾਸਤੇ ਕੁਝ। ਆ ਗੁਰੂ ਤੇਗ ਬਹਾਦਰ ਬਾਪੂ ਜੀ ਬਾਰੇ ਪੜ੍ਹਦੇ ਨਹੀਂ ਆਪਾਂ ਬਚਨ, ਕਿ ਬਾਬਾ ਗੁਰਦਿੱਤਾ ਜੀ ਦੇ ਵਿਆਹ ਵਿੱਚ ਆਪਣਾ ਇੱਕ ਚੋਲਾ ਇੱਕ ਨੰਗੇ ਬੱਚੇ ਨੂੰ ਦੇ ਦਿੱਤਾ। ਤੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਜਦੋਂ ਮਾਤਾ ਨਾਨਕੀ ਜੀ ਨੇ ਕਿਹਾ ਸੀ ਕਿ ਪੁੱਤਰ ਆਪਣਾ ਚੋਲਾ ਜਿਹੜਾ ਨਵਾਂ ਵਿਆਹ ਲਈ ਬਣਾਇਆ ਉਹ ਕਿਸੇ ਗਰੀਬ ਨੂੰ ਦੇ ਆਇਆ, ਤੇ ਅੱਜ ਤੇ ਉਸ ਗੱਲ ਨੂੰ ਅਸੀਂ ਵਰਤਦੇ ਹਾਂ, ਵਿਚਾਰਦੇ ਹਾਂ ਕਿ ਗੁਰੂ ਪਾਤਸ਼ਾਹ ਨੇ ਬਚਨ ਕਿਹਾ ਸੀ, ਭਲੀਏ ਲੋਕੇ ਜਿਹੜਾ ਅੱਜ ਆਪਣੇ ਤਨ ਦਾ ਕੱਪੜਾ ਲਾ ਕੇ ਕਿਸੇ ਦੇ ਨੰਗੇਜ ਨੂੰ ਕੱਜ ਸਕਦਾ ਹੈ, ਸੱਚ ਜਾਣੀ ਜਦੋਂ ਸਿਖਰ ਤੇ ਪਹੁੰਚੇਗਾ ਇਹ ਆਪਣੇ ਸਰੀਰ ਰੂਪ ਤਨ ਦੇ ਕੱਪੜੇ ਨੂੰ ਵੀ ਕਿਸੇ ਦੇ ਉੱਤੇ ਇੱਜ਼ਤ ਬਣਾ ਕੇ ਪਾ ਦੇਗਾ। ਇਸੇ ਲਈ ਗੁਰੂ ਤੇਗ ਬਹਾਦਰ ਬਾਪੂ ਜੀ ਨੂੰ ਆਪਾਂ ਧਰਮ ਦੀ ਚਾਦਰ ਕਹਿੰਦੇ ਹਾਂ। ਠੀਕਰ ਫੋਰ ਦਲੀਸ ਸਿਰ ਪ੍ਰਪੁਰ ਕੀਆ ਬਿਆਨ, ਗੁਰੂ ਕਲਗੀਧਰ ਬਾਪੂ ਜੀ ਨੇ ਬਚਨ ਕਹੇ ਹੈ। ਸੋ ਖੈਰ ਇਹ ਜਿਹੜੀ ਬਖਸ਼ਿਸ਼ ਕਰਦੇ ਨੇ ਕਿ ਜੋ ਬਿਗਾਰੀ ਕੈ ਸਿਰ ਦੀਜੈ ਦਾਮ। ਬਿਗਾਰ ਸ਼ਬਦ ਮਾੜਾ ਨਹੀਂ, ਸੇਵਾ ਭਾਵਨਾ ਦੀ ਨਜ਼ਰ ਨਾਲ ਦੇਖੋ ਤੇ, ਲੇਕਿਨ ਉਦਾਹਰਣ ਇਸ ਲਈ ਹੈ ਕਿ ਜਿਵੇਂ ਇੱਕ ਵਿਚਾਰਾ ਬਿਗਾਰ ਕਰਦਾ ਹੈ, ਉਹ ਕਿਸੇ ਦਾ ਪੈਸਾ ਸਿਰ ਤੇ ਚੁੱਕ ਕੇ ਤੁਰਿਆ ਜਾਂਦਾ ਹੈ, ਉਹ ਇੱਕ ਖਸਮੈ ਕਹਿ ਗਰੇ ਉਨ ਦੁੱਖ ਸਾਮ। ਮਿਹਨਤ ਤੇ ਕੀਤੀ ਉਸ ਗਰੀਬ ਨੇ ਪੰਡ ਚੁੱਕੀ ਧਨ ਦੀ, ਤੇ ਜਿਸ ਦੀ ਸੀ ਉਸ ਦੇ ਘਰ ਛੱਡ ਕੇ ਆ ਗਿਆ। ਆਪ ਤੇ ਉਹ ਉਸੇ ਤਰ੍ਹਾਂ ਦਾ ਜਿੱਦਾਂ ਦਾ ਪਹਿਲੋਂ ਸੀ, ਮਿਹਨਤ ਕਿਸੇ ਲਈ ਕੀਤੀ ਲੇਕਿਨ ਪੈਸਾ ਕਿਸੇ ਦੇ ਘਰ ਪਹੁੰਚ ਗਿਆ ਹੈ, ਪੈਸੇ ਦਾ ਮਾਲਕ ਕੋਈ ਹੋਰ ਹੈ। ਇਸੇ ਤਰ੍ਹਾਂ ਇਹ ਜਗਤ ਦੇ ਪਦਾਰਥ ਹਨ ਭਲਿਓ, ਨਾ ਆਪਾਂ ਲੈ ਕੇ ਆਏ ਹਾਂ ਤੇ ਨਾ ਲੈ ਕੇ ਜਾ ਸਕਦੇ ਹਾਂ। ਇਸੇ ਲਈ ਗੁਰੂ ਨੇ ਕਿਹਾ ਨਾਂਗੇ ਆਵਨ ਨਾਂਗੇ ਜਾਣਾ, ਕੋਏ ਨਾ ਰਹਿ ਹੈ ਰਾਜਾ ਰਾਣਾ। ਖਾਲੀ ਹੱਥੀ ਆਏ ਸਾਂ ਤੇ ਖਾਲੀ ਟੁਰ ਜਾਣਾ,
ਇੱਥੇ ਕੇਵਲ ਵਿਗਾੜ ਕਰਨ ਲੱਗੇ ਆ, ਤੇ ਜੇ ਵਿਗਾੜ ਹੀ ਕਰਨੀ ਹੈ ਤੇ ਫਿਰ ਚੰਗੇ ਤਰੀਕੇ ਕਰੀਏ, ਗੁਰੂ ਨੂੰ ਪੁੱਛ ਕੇ ਕਰੀਏ, ਉਹ ਕਾਰਜ ਕਰੀਏ ਜਿਹੜੇ ਕਿਸੇ ਦਾ ਭਲਾ ਕਰ ਸਕਣ। ਸਤਿਗੁਰੂ ਜੀ ਕਹਿੰਦੇ ਜੋ ਸੁਪਨੇ ਹੋਏ ਬੈਸਤ ਰਾਜਾ, ਜਿਵੇਂ ਸੁਪਨੇ ਵਿੱਚ ਇੱਕ ਬੰਦਾ ਰਾਜ ਸਿੰਘਾਸਨ ਤੇ ਰਾਜਾ ਬਣ ਕੇ ਬੈਠ ਜਾਂਦਾ ਹੈ, ਨੇਤਰ ਪਸਾਰੈ ਤਾਂ ਨਿਰਾਰਥ ਕਾਜਾ, ਪਰ ਜਦੋਂ ਅੱਖ ਖੁੱਲਦੀ ਹੈ ਤੇ ਉਦੋਂ ਦੇਖਦਾ ਵੀ ਇਹ ਤੇ ਨਿਰਾਰਥ ਕੰਮ ਸੀ, ਐਵੇਂ ਬੇਅਰਥੀ, ਮੈਂ ਤੇ ਐਵੇਂ ਹੀ ਆਪਣੇ ਅੰਦਰ ਚਾਉ ਪੈਦਾ ਕਰ ਲਿਆ ਵੀ ਖਬਰੇ ਮੈਂ ਰਾਜਾ ਬਣ ਗਿਆ। ਪਰ ਜਦੋਂ ਜਾਗ ਖੁੱਲੀ ਤੇ ਪਤਾ ਲੱਗਿਆ ਜਿਸ ਹਾਲ ਵਿੱਚ ਸੀ ਉਸੇ ਹਾਲ ਦੇ ਵਿੱਚ ਉਹ ਅੱਜ ਬੈਠਾ ਹੈ। ਇਹ ਜਗਤ ਦਾ ਜਿਹੜਾ ਸੰਸਾਰ ਦਾ ਸਿਸਟਮ ਹੈ, ਇਹ ਖੁੱਲੀਆਂ ਅੱਖਾਂ ਦੇ ਸੁਪਨੇ ਲੈ ਕੇ ਤੁਰੇ ਫਿਰਦੇ ਹਾਂ ਆਪਾਂ। ਪਰ ਸੱਚ ਜਾਣਨਾ, ਜਦੋਂ ਜਗਤ ਤੋਂ ਜਾਣਾ ਤੇ ਫਿਰ ਖਾਲੀ ਹੱਥ ਕੋਈ ਨਹੀਂ ਲੈ ਕੇ ਜਾਂਦਾ, कोई कुछ नहीं लेके जा सकता। यूं तो हमने बहुत कमाया, क्या हीरे क्या मोती, लेकिन मरती बार साथ कुछ भी नहीं जाता, क्योंकि कफन में जेब नहीं होती। सगों पहला समा हुंदा सी लोकां विच भावें वहम सी कि जिस बंदे ने जो कुछ पाया है ते डरदे लांदे नहीं सन हुंदे भी लै मुर्दे दा की लाउणा, ते अज ते सारा कुछ ला के जेबा जूबा हूंज के साफ करके ते फिर कहंदे जी दादा चढ़ाई कर गया साडा, भी छड्डना नहीं उहदे जेबा विच कुछ। ते पुराना वक्त सी लोकी मंजा तक नहीं सी डरदे रखदे, ना ना ये ते बुजुर्ग इस ते मरे है, पूरे होए है, ये कढ दिओ घरों। ते हुण उल्टा है, क्योंकि माया दा प्रभाव बड़ा पै गया है, शब्द दी ज्ञान दी अणहोंद है। भावें वो वहम सी या लोकां विच त्याग दी भावना सी, पर अज कुछ उल्टा है। ते सतगुरु कहंदे ने राजा सुपने विच बनिया सी, अखां खुलियां ते गरीब है, असी ते जींदे जागदे सुपने वेख रहे हैं, ताही ते उस राज गद्दी वल नूं दौड़ लगी हुई है। मकसद तो थिड़के या गुरु बाबा जी अगे कह रहे ने, देखो जो राखा खेत ऊपर पराए, एक राखा है चौकीदारा करदा है, पहरा दे रहा है, किसी दे खेत दी राखी करदा है, पराए दी दूसरे दी। खेत खसम का राखा उठ जाए तो वह खेत जिहड़ा है मालिक दा है, ये राखा तो समा बनेगा, इसने टुर जाना है, क्योंकि इसनूं खेत की राखी करनी वो तो आ गया है, पर खेत विचों कुछ लै नहीं सकता, मालकाना हक नहीं है इसका। तो असी की कर रहे हैं जगत विच, असी राखी कर रहे हैं, ते राखी करो तो मुबारक है, असी तो गुआंढी दा चक के ते इस दे जिहड़ा खलवाड़ा है उस विच सुट्टी जाने ते सोचते हैं खबर है इस दे बदले मैनू कुछ मिलना है, नहीं मिलना। क्यों नहीं मिलना? सतगुरु कहते ने उस खेत कारण राखा कड़ा, जिस दी राखी करदा उस दे नहीं कढ़दा, दुखी हुंदा, परेशान हुंदा, ते तिस कै पालै कछू ना पड़ै, पल्ले कुछ भी नहीं पैंदा। आ देखो अज जो जगत दा हाल है, गुरु दी बाणी विचों उदाहरण लैके सांझ पा दे हां। सतगुरु कहंदे ने पापां बाजों होवै नाही, मोया साथ ना जाए। ये पापां तो बिना इकट्ठी नहीं हुंदी, ते मरण लग्या इसने नाल नहीं जाना। इसे लिए गुरु बाबा जी ने कहा, जिस ग्रह बहुत तिस ग्रह चिंता, जिस ग्रह थोरी सो फिरै भरमंता, दोहू विवस्था तेजो मुक्ता सोई सुहेला भाली है। माया होवे गुजारे जोगी, ज़्यादा भी है तो परोपकार दा अंदर मादा होवे। गुरसिख दी रीत है किरत विरत कर धर्म दी, लै प्रसाद आण वरतन दा, गुरसिखां नूं दे कर पिछों बचिया आप खमंदा, गुरमुख गाड़ी राह चलन दा। गुरसिख दी रीत है, धर्म दी किरत होवे, उस विचों गुरु दे शुकराने विच सेवा कढ़ना हर सिख दा फर्ज है, हर सिख दा फर्ज है। इस करके दातार ने इत्थे बख्शिश की, कहंदे ने तू मेहनत ते करदा है, पर उस खेत कारण राखा कड़ै, तिसकै पालै कछू ना पड़े, पल्ले तेरे कुछ नहीं मुड़ पैना। अगे बचन अखीर विच कहंदे ने, देखो जिस का राज तिसै का सुपना, जिन माया दीनी तिन लाई तृष्णा।
ਸੁਪਨੇ ਵਿੱਚ ਰਾਜਾ ਬਣਿਆ ਸੀ। ਤੇ ਗੁਰਦੇਵ ਕਹਿੰਦੇ ਨੇ ਜਿਸ ਨੇ ਰਾਜ ਦਿੱਤਾ ਸੁਪਨੇ ਵਿੱਚ, ਉਸੇ ਨੇ ਤੇ ਸੁਪਨਾ ਦਿੱਤਾ ਹੈ। ਭਾਵ ਮਾਇਆ ਵੀ ਉਸ ਦੀ, ਮਾਇਆ ਦਾ ਪਿਆਰ ਵੀ ਉਸ ਦਾ ਪਾਇਆ ਹੋਇਆ ਹੈ ਅੰਦਰ, ਬੰਦੇ ਦੇ ਵੱਸ ਦੀ ਗੱਲ ਨਹੀਂ। ਨੇਤਰ ਪਸਾਰੈ ਜਿਹੜਾ ਜਦੋਂ ਜਾਗ ਖੁੱਲੀ ਸੀ ਉਦੋਂ ਪਤਾ ਲੱਗਿਆ ਵੀ ਮੈਂ ਤੇ ਗਰੀਬ ਹਾਂ, ਸਿੰਘਾਸਨ ਸੱਚਾ ਨਹੀਂ। ਇਸੇ ਤਰ੍ਹਾਂ ਜਿਨ ਮਾਇਆ ਦੀਨੀ ਤਿਨ ਲਾਈ ਤ੍ਰਿਸ਼ਨਾ, ਇਹ ਜਿਹੜਾ ਮਾਇਆ ਦਾ ਪਿਆਰ ਹੈ, ਇਹ ਜਿਸ ਨੇ ਮਾਇਆ ਪੈਦਾ ਕੀਤੀ ਹੈ, ਇਹ ਪਿਆਰ ਵੀ ਉਸ ਨੇ ਪੈਦਾ ਕੀਤਾ ਹੈ। ਤੇ ਸਾਡਾ ਫਰਜ਼ ਬਣਦਾ ਹੈ ਬਾਬਾ ਜੀ, ਅਰਦਾਸ ਕਰੀਏ ਸੱਚੇ ਪਿਤਾ, ਅਸੀਂ ਕਿਹੜੀ ਚੀਜ਼ ਦਾ ਮਾਣ ਕਰੀਏ? ਇਹ ਤੁਹਾਡਾ ਦਿੱਤਾ ਹੋਇਆ, ਖਾਲੀ ਆਏ ਸਾਂ। ਇਹ ਤੁਸੀਂ ਅਗਰ ਸਾਨੂੰ ਇਤਨਾ ਕੁਝ ਦੇ ਦਿੱਤਾ ਹੈ ਤੇ ਦਾਤਿਆ ਸਾਨੂੰ ਸੇਵਾ ਬਖਸ਼ੋ, ਸਾਨੂੰ ਐਸੀ ਮਤ ਬਖਸ਼ੋ ਕਿ ਇਹ ਜੋ ਆਪ ਜੀ ਦੀਆਂ ਦਾਤਾਂ ਨੇ, ਰਹਿਮਤਾਂ ਨੇ, ਮੈਂ ਇਸ ਦੇ ਦੁਆਰਾ ਆਪ ਜੀ ਦੀ ਖਲਕਤ ਦੀ, ਮਾਨਵਤਾ ਦੀ ਸੇਵਾ ਵਿੱਚ ਕੁਝ ਹਿੱਸਾ ਪਾ ਸਕਾਂ। ਤੇ ਇਹ ਨਾ ਕਦੇ ਸੋਚਣਾ ਵੀ ਅਸੀਂ ਗੁਰਦੁਆਰੇ ਨੂੰ ਦੇ ਰਹੇ ਹਾਂ। ਪੜ੍ਹਦੇ ਕੀ ਹਾਂ? ਤੇਰਾ ਦੀਆ ਤੁਝੇ ਕਿਆ ਅਰਪੋਂ। ਇਹ ਤੇ ਉਸਨੇ ਜਰੀਆ ਬਣਾਇਆ, ਸਾਡਾ ਫਰਜ਼ ਹੈ ਸ਼ੁਕਰਾਨਾ ਕਰੀਏ ਜ਼ਿਆਦਾ ਤੋਂ ਜ਼ਿਆਦਾ। ਹੇ ਸੱਚੇ ਪਾਤਸ਼ਾਹ, ਇਹ ਤੁਹਾਡਾ ਤਰਸ ਸਾਡੇ ਤੇ ਹੋ ਗਿਆ ਹੈ, ਇਹ ਤੁਹਾਡੀ ਅਪਾਰ ਬਖਸ਼ਿਸ਼ ਹੋ ਗਈ ਹੈ ਕਿ ਤੁਸੀਂ ਸਾਨੂੰ ਇਤਨਾ ਕੁਝ ਬਖਸ਼ ਦਿੱਤਾ ਹੈ, ਤੇ ਹੁਣ ਬਖਸ਼ਿਸ਼ ਕਰੋ, ਸਾਨੂੰ ਸੇਵਾ ਵੀ ਦੇ ਦਿਓ। ਜਿਵੇਂ ਆ ਕਿਸੇ ਡਾਕਟਰ ਦਾ ਕਲੀਨਿਕ ਆਰੰਭ ਹੋਣਾ ਹੈ ਤੇ ਕਹਿੰਦੇ ਜੀ ਅਰਦਾਸ ਕਰੋ ਭਾਈ ਸਾਹਿਬ। ਹੁਣ ਦੱਸੋ, ਡਾਕਟਰ ਦੇ ਕਲੀਨਿਕ ਤੇ ਅਰਦਾਸ ਜੇ ਆਮ ਸ਼ਬਦਾਵਲੀ ਵਰਤੀਏ ਤੇ ਜਾ ਕੇ ਕਹੀਏ ਸੱਚੇ ਪਾਤਸ਼ਾਹ ਕਾਰੋਬਾਰ ਵਧਾਈ। ਹੁਣ ਡਾਕਟਰ ਦਾ ਕਾਰੋਬਾਰ ਕਦੋਂ ਵਧੇਗਾ? ਜਦੋਂ ਮਰੀਜ਼ ਵਧਣਗੇ। ਉਸ ਦੀ ਤੇ ਦੁਕਾਨ ਹੀ ਤਾਂ ਚੱਲਣੀ ਹੈ। ਪਰ ਉੱਥੇ ਸ਼ਬਦ ਇਹ ਹੋਣੇ ਚਾਹੀਦੇ, ਦਾਤਿਆ ਜੇ ਤੂੰ ਕਿਰਪਾ ਕੀਤੀ, ਇਹਨਾਂ ਨੂੰ ਮਾਨਵਤਾ ਦੇ ਭਲੇ ਦਾ ਹੁਨਰ ਬਖਸ਼ਿਸ਼ ਕੀਤਾ ਹੈ, ਤੇ ਕਿਰਪਾ ਕਰ ਇਹ ਤੁਹਾਡੇ ਬਖਸ਼ੇ ਹੋਏ ਇਸ ਗਿਆਨ ਦਾ ਸਦਕਾ ਇਹ ਤੁਹਾਡੀ ਮਾਨਵਤਾ ਦੀ ਸੇਵਾ ਕਰ ਸਕਣ, ਤੁਹਾਡੀ ਖਲਕਤ ਦੀ ਸੇਵਾ ਵਿੱਚ ਇਹ ਹੁਨਰ ਦੀ ਵਰਤੋਂ ਹੋਵੇ। ਇਸੇ ਤਰ੍ਹਾਂ ਸੱਚੇ ਪਾਤਸ਼ਾਹ ਜੇ ਤੂੰ ਧਨ ਦਿੱਤਾ ਹੈ ਤੇ ਗਰੀਬ ਨਿਵਾਜ ਜੀ ਤਰਸ ਕਰੋ, ਮੇਰੀ ਝੋਲੀ ਸੇਵਾ ਵੀ ਪਾ ਦਿਓ, ਮੈਂ ਸੇਵਾ ਕਰਾਂ। ਸਦਕੇ ਜਾਈਏ ਉਹਨਾਂ ਪੁਰਾਣੇ ਗੁਰਸਿੱਖਾਂ ਤੋਂ। ਅੱਜ ਵੀ ਹੈ ਨਾ, ਅੱਜ ਵੀ ਹਨ ਸਿੰਘ ਸਾਹਿਬ ਕੋਲ ਜਾਂ ਬਾਬਾ ਜੀ ਕੋਲ ਲੋਕ ਆਉਂਦੇ ਨੇ ਕਿ ਜੀ ਸੇਵਾ ਝੋਲੀ ਪਾਓ। ਪਰ ਸੇਵਾ ਗੁਰੂ ਨਾਨਕ ਦੇ ਘਰ ਦੀ ਹੈ, ਮਾਨਵਤਾ ਦੀ ਹੈ। ਇਹ ਕੋਈ ਐਸਾ ਨਹੀਂ ਜੀ ਮੈਂ ਫਲਾਣੇ ਬੰਦੇ ਨੂੰ ਸੇਵਾ ਦੇਤੀ ਜੀ ਉਹ ਉਸ ਦੀ ਹੋ ਗਈ। ਇਹ ਗੁਰੂ ਦੇ ਘਰ ਦੀ ਹੈ, ਜਿਨ੍ਹਾਂ ਦੇ ਅੰਦਰ ਰੱਬ ਨੇ ਇਹ ਪਿਆਰ ਪੈਦਾ ਕੀਤਾ ਹੈ। ਉਹ ਜਾਗ ਦਿੰਦੇ ਨੇ, ਉਸ ਜਾਗ ਦੀ ਬਰਕਤ ਨਾਲੋਂ ਫਿਰ ਗੁਰੂ ਘਰ ਵੱਲ ਤੁਰਦੇ। ਤੇ ਇਸ ਲਈ ਅਨਾਉਂਸਮੈਂਟ ਹੁੰਦੀ ਹੈ ਪਿਆਰਿਓ, ਇਹ ਜਗਾਇਆ ਜਾਂਦਾ, ਹੋਰ ਕੁਛ ਨਹੀਂ। ਔਰ ਇਹ ਜ਼ਰੂਰੀ ਵੀ ਹੈ। ਮਸੰਦ ਕੀ ਸਨ, ਮਹੰਤ ਕੀ ਸਨ? ਪਹਿਲਾਂ ਮਸੰਦ ਸਿਸਟਮ ਕਿਉਂ ਚੱਲਿਆ? ਬਾਬੇ ਨਾਨਕ ਦੇ ਘਰ ਦਾ ਸੰਦੇਸ਼ ਲੋਕਾਂ ਤੱਕ ਜਾਵੇ। ਦੂਰ ਦੁਰਾਡੇ ਉਹ ਮਸੰਦ ਇਲਾਕਿਆਂ ਵਿੱਚ ਵਿਚਰਦੇ ਸਨ, ਸਿੱਖੀ ਦਾ ਪ੍ਰਚਾਰ ਕਰਦੇ ਸਨ, ਸਤਸੰਗ ਕਰਦੇ ਸਨ, ਸ਼ਬਦ ਨਾਲ ਸੰਗਤ ਨੂੰ ਜੋੜਦੇ ਸਨ। ਤੇ ਜਿਹੜੀ ਕਾਰ ਭੇਟ ਹੈ ਸੰਗਤਾਂ ਪਾਸੋਂ ਇਕੱਠੀ ਕਰਕੇ ਦਸਵੰਧ, ਫਿਰ ਉਹ ਗੁਰੂ ਘਰ ਪਹੁੰਚਾਇਆ ਜਾਂਦਾ ਸੀ। ਕੇਵਲ ਇਹ ਉਹੀ ਸਿਲਸਿਲਾ ਹੈ, ਉਹੀ ਤਰੀਕਾ ਹੈ, ਉਸੇ ਰੀਤ ਨੂੰ, ਉਸੇ ਮਰਿਆਦਾ ਨੂੰ ਅੱਗੇ ਤੋਰਿਆ ਹੋਇਆ ਹੈ। ਇੱਥੇ ਹੁਣ ਬਚਨ ਦੇਖੋ ਆਇਆ ਕਿ ਜਿਸ ਕਾ ਰਾਜ ਤਿਸੈ ਕਾ ਸੁਪਨਾ, ਜਿਨ ਮਾਇਆ ਦੀਨੀ ਤਿਨ ਲਾਈ ਤ੍ਰਿਸ਼ਨਾ। ਜਿਸ ਨੇ ਮਾਇਆ ਪੈਦਾ ਕੀਤੀ ਹੈ ਤੇ ਮਾਇਆ ਦਾ ਪਿਆਰ ਵੀ ਉਸੇ ਨੇ ਪੈਦਾ ਕੀਤਾ ਹੈ। ਅਖੀਰ ਵਿੱਚ ਸਤਿਗੁਰੂ ਕਹਿੰਦੇ ਆਪ ਬਿਨਾਹੇ ਆਪ ਕਰੇ ਰਾਸ। ਜਿਨ੍ਹਾਂ ਦੇ ਉੱਤੇ ਉਹ ਬਖਸ਼ਿਸ਼ ਕਰਦੇ ਨੇ, ਉਹ ਇਸ ਮਾਇਆ ਦੇ ਵਿੱਚ ਰਹਿੰਦਿਆਂ ਹੋਇਆਂ ਉਹਨਾਂ ਦੇ ਜੀਵਨ ਨੂੰ ਰਾਸ ਕਰਨ ਵਾਸਤੇ, ਸਵਾਰਨ ਵਾਸਤੇ ਉਹਨਾਂ ਦੇ ਹੱਥੋਂ ਸੇਵਾ ਲੈ ਲੈਂਦੇ ਹੈ ਕਿ ਤੁਸੀਂ ਸੇਵਾ ਵਿੱਚ ਚੱਲੋ। ਤੇ ਕਈਆਂ ਨੂੰ ਬਿਨਾਹੇ, ਕਈਆਂ ਦਾ ਉਹ ਨਾਸ਼ ਵੀ ਕਰਦੇ, ਕਿਉਂਕਿ ਇਹ ਮਾਇਆ ਜ਼ਹਿਰ ਬਣ ਜਾਂਦੀ ਹੈ, ਉਹਨਾਂ ਦਾ ਜੀਵਨ ਬਰਬਾਦ ਹੋ ਜਾਂਦਾ ਹੈ। ਜਿਸ ਨੇ ਮਾਇਆ ਦਿੱਤੀ
ਆਪ ਬਿਨਾਹੇ ਆਪ ਕਰੇ ਰਾਸ। ਉਹਨਾਂ ਦਾ ਆਤਮਿਕ ਜੀਵਨ ਮਰਦਾ ਹੈ ਜਿਹੜੇ ਗੁਰੂ ਦਾ ਹੁਕਮ ਨਹੀਂ ਸੁਣਦੇ, ਕੇਵਲ ਕੰਡ ਗੁਰੂ ਵੱਲ ਕਰਕੇ ਤੇ ਮਾਇਆ ਵੱਲ ਮੂੰਹ ਕਰ ਲੈਂਦੇ ਨੇ। ਉਹ ਮਾਇਆ ਧਾਰੀ ਤੰਨਾ ਬੋਲਾ ਹੋ ਜਾਂਦਾ ਹੈ। ਉਹਨਾਂ ਦੀ ਇਹੀ ਹਾਲਤ ਹੈ ਕਿ ਮਾਇਆ ਉਹਨਾਂ ਦਾ ਜੀਵਨ ਖੁਆਰ ਕਰ ਦਿੰਦੀ ਹੈ। ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾਂ ਜਗ ਖਾਇਆ, ਮਨਮੁਖ ਖਾਦੇ ਗੁਰਮੁਖ ਉਬਰੇ ਜਿਨੀ ਸੱਚ ਨਾਮ ਚਿਤ ਲਾਇਆ। ਤੇ ਆਪ ਕਰੇ ਰਾਸ, ਜਿਹੜੇ ਗੁਰਮੁਖ ਨੇ ਉਹਨਾਂ ਦੀ ਕਮਾਈ ਨੂੰ ਮਾਲਕ ਸੇਵਾ ਵਿੱਚ ਪਵਾ ਕੇ ਅੰਦਰ ਪਿਆਰ ਜਗਾ ਕੇ ਪਰਉਪਕਾਰ ਦਾ ਭਾਵ ਪੈਦਾ ਕਰਦੇ ਹੈ ਤੇ ਉਸ ਤੋਂ ਬਾਅਦ ਉਹਨਾਂ ਦਾ ਜੀਵਨ ਰਾਸ ਹੋ ਜਾਂਦਾ ਹੈ। ਹੱਥੋਂ ਦੇ ਕੇ ਭਲਾ ਮਨਾਵੇ। ਦਸਵੰਧ ਦੀ ਮਰਿਆਦਾ ਜਿਹੜੀ ਗੁਰੂ ਦੇ ਘਰ ਵਿੱਚ ਹੈ, ਇਹ ਉਹਨਾਂ ਦੇ ਵਿੱਚ ਮੁਕੰਮਲ ਹੋ ਜਾਂਦੇ ਨੇ, ਪੂਰੇ ਹੋ ਜਾਂਦੇ ਨੇ ਤੇ ਜੀਵਨ ਰਾਸ ਹੈ। ਔਰ ਇਹ ਬੰਦੇ ਦੇ ਵੱਸ ਨਹੀਂ। ਰੋਜ਼ ਜਪਜੀ ਸਾਹਿਬ ਪੜ੍ਹਦੇ ਆ, ਅਸੰਖ ਜਪ ਅਸੰਖ ਭਾਓ, ਅਸੰਖ ਪੂਜਾ ਅਸੰਖ ਤਪ ਤਾਓ। ਇਹ ਵੀ ਪੱਖ ਬਾਬਾ ਜੀ ਨੇ ਦਿੱਤਾ ਹੈ, ਪਰ ਨਾਲ ਇਹ ਵੀ ਕਹਿ ਦਿੱਤਾ ਅਸੰਖ ਚੋਰ ਹਰਾਮ ਖੋਰ, ਅਸੰਖ ਗਲਵੜ ਹੱਤਿਆ ਕਮਾਏ, ਅਸੰਖ ਪਾਪੀ ਪਾਪ ਕਰ ਜਾਏ, ਅਸੰਖ ਕੂੜੇਆਰ ਕੂੜੇ ਫਿਰਾਏ। ਤੇ ਇੱਥੇ ਇਹ ਵੀ ਹੈ ਕੇਤੇ ਤੇਰੇ ਦਰ ਦੇ ਮੰਗਤੇ ਨੇ ਤੇ ਕੇਤੇ ਲੈ ਲੈ ਮੁੱਕਰ ਪਾਏ ਵੀ ਤੇਰੇ ਬਣਾਏ ਹੋਏ ਹੈ। ਸੋ ਕਈਆਂ ਦਾ ਵਿਨਾਸ਼ ਤੇ ਕਈਆਂ ਦਾ ਜੀਵਨ ਰਾਸ ਹੁੰਦਾ ਹੈ। ਨਾਨਕ ਪ੍ਰਭ ਆਗੇ ਅਰਦਾਸ। ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਅਖੀਰ ਵਿੱਚ ਬਖਸ਼ਿਸ਼ ਕਰ ਰਹੇ ਨੇ। ਕਹਿੰਦੇ ਹੇ ਨਾਨਕ, ਉਸ ਰੱਬ ਅੱਗੇ ਅਰਦਾਸ ਕਰ ਜਿਸ ਰੱਬ ਦੇ ਹੱਥ ਵਿੱਚ ਸਭ ਕੁਝ ਹੈ, ਜਿਸ ਦੇ ਪਰਉਪਕਾਰ ਦਾ ਭਾਵ, ਜਿਸ ਦੇ ਘਰੋਂ ਸੇਵਾ ਦੀ ਭਾਵਨਾ, ਜਿਸ ਦੇ ਘਰੋਂ ਨਾਮ ਦੀ ਬਰਕਤ, ਇਹ ਸਭ ਤੈਨੂੰ ਮਿਲਦੀ ਹੈ। ਉਸ ਦੇ ਦਰਬਾਰ ਵਿੱਚ ਅਰਜ਼ੋਈ ਕਰ, ਉਸ ਦੇ ਕੋਲ ਬੇਨਤੀ ਕਰ। ਤੇ ਅਰਦਾਸ ਕੀ ਕਰਨੀ ਹੈ? ਮੰਗਣਾ ਕੀ ਹੈ? ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ। ਜਦੋਂ ਦਾਤੇ ਨੂੰ ਮੰਗਦੇ ਆ ਫਿਰ ਸਭੇ ਥੋਕ ਪ੍ਰਾਪਤੇ ਜੇ ਆਵੇ ਇੱਕ ਹੱਥ, ਫਿਰ ਬਰਕਤਾਂ ਵੀ ਮਿਲਣਗੀਆਂ। ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਸ਼ੰਦਾ, ਤੁਧ ਸਭ ਕਿਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ। ਲਖਮੀ ਤੋਟ ਨਾ ਆਵਈ ਖਾਏ ਖਰਚ ਰਹੰਦਾ, ਇਹ ਵੈਰੀ ਮਿੱਤ ਸਭ ਕੀਤਿਆਂ ਨੇ ਮੰਗੈ ਮੰਦਾ। ਜੀਵਨ ਦੇ ਅੰਦਰ ਹਰ ਪਹਿਲੂ ਨੂੰ ਗੁਰੂ ਪਾਤਸ਼ਾਹ ਨੇ ਉਜਾਗਰ ਕੀਤਾ, ਸਮਝਾਣਾ ਕੀਤਾ ਕਿ ਬੰਦੇ ਤੇਰੇ ਜੀਵਨ ਦਾ ਮਨੋਰਥ ਹੈ ਬੰਦਗੀ ਕਰਨਾ। ਬਾਕੀ ਜੋ ਕੁਝ ਵੀ ਰੱਬ ਜੀ ਤੈਨੂੰ ਦੇ ਰਹੇ ਨੇ ਉਹਨਾਂ ਦਾ ਸ਼ੁਕਰਾਨਾ ਕਰਦੇ ਆ। ਉਸ ਮਾਲਕ ਦੀ ਬਣਾਈ ਇਸ ਖਲਕਤ ਦੀ ਸੇਵਾ ਕਰ, ਉਸ ਦਾਤੇ ਦਾ ਸ਼ੁਕਰ ਕਰ, ਕਿਉਂਕਿ ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਹੇ ਹੋ ਸਰਬ ਠਾਈ। ਸਤਿਗੁਰੂ ਗਰੀਬ ਨਿਵਾਜ ਕਿਰਪਾ ਕਰਨ। ਪਦਾਰਥਵਾਦੀ ਨਾ ਹੋ ਕੇ, ਪਦਾਰਥਾਂ ਵਿੱਚੋਂ ਸੁੱਖ ਨਾ ਭਾਲਦਿਆਂ ਹੋਇਆਂ ਗੁਰੂ ਦੇ ਦਰ ਤੇ ਅਰਦਾਸਾਂ ਕਰੀਏ। ਸਾਧਨਾ ਵਿੱਚ ਸੁੱਖ ਉਹ ਪੈਦਾ ਕਰਦਾ, ਨਹੀਂ ਤੇ ਸਾਧਨ ਵੀ ਕੋਲ ਨੇ। ਹੁਣ ਘਰ ਪਦਾਰਥ 36 ਨੇ ਪਰ ਖਾਣ ਜੋਗਾ ਨਹੀਂ, ਡਾਕਟਰ ਨੇ ਮਨਾ ਕੀਤਾ। ਸਭ ਕੁਝ ਹੈ, ਵਰਤ ਨਹੀਂ ਸਕਦਾ। ਇਸ ਲਈ ਗੁਰੂ ਦੀ ਕਿਰਪਾ ਦੀ ਲੋੜ ਹੈ। ਤੇ ਅੱਗੇ ਗੁਰੂ ਸਾਹਿਬ ਕਹਿੰਦੇ ਨੇ ਨਾਨਕ ਪ੍ਰਭ ਆਗੇ ਅਰਦਾਸ। ਗੁਰੂ ਅੱਗੇ, ਮਾਲਕ ਅੱਗੇ ਅਰਜ਼ੋਈ ਕਰ, ਫਿਰ ਇਹ ਜਨਮ ਸਕਾਰਤ ਹੈ। ਗੁਰੂ ਸਾਹਿਬ ਤਰਸ ਕਰਨ, ਸ਼ਬਦ ਦਾ ਭਾਵ ਸਾਡੇ ਹਿਰਦਿਆਂ 'ਚ ਵਸੇ। ਅਸੀਂ ਸੇਵਾ ਸਿਮਰਨ ਨਾਮ ਜਪਦੇ ਹਾਂ, ਕਿਰਤ ਕਰਦੇ ਹਾਂ, ਜੀਵਨ ਬਤੀਤ ਕਰੀਏ, ਫਿਰ ਸਾਡਾ ਲੋਕ ਪਰਲੋਕ ਸੁਹੇਲਾ ਹੋਏਗਾ। ਇਤਨੇ ਕੁ ਬਚਨ ਪ੍ਰਵਾਨ ਕਰਨੇ ਜੀ। ਸ਼ਬਦ ਦੀ ਵਿਚਾਰ ਕਰਦੇ ਹਾਂ। ਹੋਈਆਂ ਬੇਅੰਤ ਭੁੱਲਾਂ ਗਲਤੀਆਂ ਨਾ ਚਿਤਾਰਨੀਆਂ। ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।